हाँ जी, सो स्टार्ट करते हैं ਆਪਾਂ ਆਪਣੇ अर्थ एवरेज टॉपिक चल रहा ਸੀਗਾ ਇਹਦਾ अगला लैक्चर। देखो सानू की किया गया, बड़े ध्यान नाल समझण की कोशिश करियो। एवरेज वाले चैप्टर च कुछ इंपॉर्टेंट क्वेश्चंस ने। सानू किसी ने कहा गया कि एक लाइब्रेरी च संडे वाले दिन 510 बच्चे विजिट करते हैं ऑन एन एवरेज, ਤੇ ਬਾਕੀ ਦਿਨਾਂ ਚ 240 ਬੱਚੇ ਵਿਜ਼ਿਟ ਕਰਦੇ ਆ। ਬਾਕੀ ਦਿਨਾਂ ਚ ਕਿੰਨੇ ਬੱਚੇ ਵਿਜ਼ਿਟ ਕਰਦੇ ਆ? 240। ਤਾਂ 30 ਦਿਨਾਂ ਦਾ ਮਹੀਨਾ ਹੈ, ਸੰਡੇ ਤੋਂ ਸਟਾਰਟ ਹੁੰਦਾ ਹੈ। ਦੱਸੋ ਔਨ ਐਨ ਐਵਰੇਜ ਇੱਕ ਦਿਨ ਕਿੰਨੇ ਬੱਚੇ ਉੱਥੇ ਵਿਜ਼ਿਟ ਕਰਨਗੇ ਜਾ ਕੇ? ਦੇਖੋ ਜੇ ਕੋਈ ਸੰਡੇ ਤੋਂ ਸਟਾਰਟ ਹੁੰਦਾ ਹੈ ਨਾ, ਪਹਿਲਾ 1 ਤਰੀਕ ਨੂੰ ਐਤਵਾਰ, ਫਿਰ 7 ਨੂੰ ਐਤਵਾਰ ਆਊਗਾ, ਇਸ ਤੋਂ ਬਾਅਦ ਨਹੀਂ 1 ਤੋਂ ਬਾਅਦ 8 ਨੂੰ, 8 ਤੋਂ ਬਾਅਦ 15 ਨੂੰ, 15 7 22 ਤੇ 22 7 29। ਇਹਦਾ ਮਤਲਬ ਸਾਨੂੰ ਇੱਕ ਗੱਲ ਤਾਂ ਕਨਫਰਮ ਹੋ ਗਈ ਕਿ ਜੀ ਸੰਡੇ ਹੋਣਗੇ 5 ਤੇ ਅਦਰ ਡੇਜ਼ ਬਾਕੀ ਦਿਨ ਹੋਣਗੇ 25, ਕਿਉਂਕਿ ਟੋਟਲ 30 ਦਿਨ ਸੀਗੇ ਬਈ। ਠੀਕ ਆ, ਸਾਨੂੰ ਕਿਸੇ ਨੇ ਕਹਿਤਾ ਕਿ ਐਵਰੇਜ ਕਿੰਨੇ ਵਿਜ਼ਿਟਰਸ ਆਉਂਦੇ ਆ, ਐਵਰੇਜ ਕਿੰਨੇ ਜਾਣੇ ਘੁੰਮਣ ਆਉਂਦੇ ਆ, ਵਿਜ਼ਿਟਰਸ ਆਉਂਦੇ ਆ। ਤਾਂ ਬਈ ਐਵਰੇਜ ਵਿਜ਼ਿਟਰਸ ਦੀ ਕੁੱਲ ਗਿਣਤੀ ਆ, ਐਵਰੇਜ ਕਿਵੇਂ ਕੱਢਾਂਗੇ? ਕੁੱਲ ਦਿਨ ਬਟੇ ਸਾਰੇ ਦਿਨਾਂ ਚ ਆਏ ਹੋਏ ਕੁੱਲ ਵਿਜ਼ਿਟਰਸ, ਉੱਪਰ ਕੁੱਲ ਵਿਜ਼ਿਟਰਸ ਥੱਲੇ ਕੁੱਲ ਦਿਨ, ਤਾਂ ਹੀ ਐਵਰੇਜ ਪਤਾ ਲੱਗੂਗੀ ਕਿ ਇੱਕ ਦਿਨ ਚ ਕਿੰਨੇ ਵਿਜ਼ਿਟਰ ਆਉਂਦੇ ਆ। ਤਾਂ ਪਹਿਲਾਂ ਤਾਂ ਇਹ ਪਤਾ ਕਰੋ ਕਿ ਕੁੱਲ ਕਿੰਨੇ ਵਿਜ਼ਿਟਰ ਆਉਂਦੇ ਆ। ਔਨ ਐਨ ਐਵਰੇਜ ਐਤਵਾਰ ਨੂੰ ਕਿੰਨੇ ਵਿਜ਼ਿਟਰ ਆਉਂਦੇ ਆ? 510। ਤੇ ਐਤਵਾਰ ਹੈ ਕਿੰਨੇ ਆ? 5। 5 ਐਤਵਾਰਾਂ ਚ ਕੁੱਲ ਕਿੰਨੇ ਵਿਜ਼ਿਟਰ ਆ ਗਏ ਹੋਣਗੇ? 510 ਗੁਣਾ 5। ਤਾਂ ਇਹਨੂੰ ਆਪਾਂ ਕੈਲਕੂਲੇਟਰ ਦੀ ਹੈਲਪ ਨਾਲ ਕੈਲਕੂਲੇਟ ਕਰਾਂਗੇ। 0 5 25 ਆਹੀ ਆ। ਫਿਰ ਆਪਾਂ ਨੂੰ ਕਿਸੇ ਨੇ ਕਹਿਤਾ ਕਿ ਬਾਕੀ ਦਿਨਾਂ ਚ ਆਉਂਦੇ ਆ, ਬਾਕੀ 25 ਦਿਨ ਬਚਦੇ ਆ ਤੇ ਔਨ ਐਨ ਐਵਰੇਜ 240 ਵਿਜ਼ਿਟਰ ਆਉਂਦੇ ਉਧਰ। ਹੁਣ ਆਪਾਂ 25 ਨੂੰ 24 ਨਾਲ ਗੁਣਾ ਕਰਾਂਗੇ ਤੇ 25 ਨੂੰ 240 ਨਾਲ ਗੁਣਾ ਕਰਕੇ ਦੇਖਿਓ ਕਿੰਨਾ ਬਣਦਾ ਆਪਣੇ ਕੋਲ। 25 ਨੂੰ 240 ਨਾਲ 6000। ਬਾਕੀ ਦਿਨਾਂ ਦੇ ਵਿੱਚ ਆਉਂਦੇ ਆ 6000 ਵਿਜ਼ਿਟਰਸ। 6000 ਵਿਜ਼ਿਟਰਸ ਆ ਗਏ ਬਾਕੀ ਦਿਨਾਂ ਚ, 2550 ਵਿਜ਼ਿਟਰ ਆ ਗਏ ਇਕੱਲੇ ਐਤਵਾਰ। ਦੋਵਾਂ ਨੂੰ ਜੋੜੋ ਕਿੰਨਾ ਬਣਦਾ ਆਪਣੇ ਕੋਲ? 0 5 5 8 ਆ ਬਣ ਗਿਆ, ਡਿਵਾਈਡ ਬਾਏ 30 ਔਨ ਐਨ ਐਵਰੇਜ। 30 ਦਿਨਾਂ ਦੇ ਵਿੱਚ ਆਪਾਂ ਐਵਰੇਜ ਕੱਢਣੀ ਆ। ਠੀਕ ਆ, ਇਹਦੇ ਨਾਲ 885 ਨੂੰ 855 ਨੂੰ 3 ਨਾਲ ਡਿਵਾਈਡ ਕੀਤਾ, 285 ਔਨ ਐਨ ਐਵਰੇਜ ਇੱਕ ਦਿਨ ਚ 285 ਵਿਜ਼ਿਟਰਸ ਟਰੈਵਲ ਕਰਦੇ ਆ ਔਨ ਐਨ ਐਵਰੇਜ। ਸਮਝ ਆ ਗਈ ਗੱਲ? ਤਾਂ ਕੁੱਲ ਵਿਜ਼ਿਟਰਸ ਬਟੇ ਕੁੱਲ ਦਿਨ ਬਰਾਬਰ ਹੈ ਐਵਰੇਜ ਨੰਬਰ ਆਫ ਵਿਜ਼ਿਟਰਸ ਪਰ ਡੇ। ਆ ਜਾਓ, ਇਹੋ ਜਿਹੇ ਸਵਾਲ ਹੀ ਨੇ ਅੱਗੇ ਸਾਰੇ, ਬਿਕੋਜ਼ ਅਸੀਂ ਬਹੁਤ ਥੋਰੋਲੀ ਇਹਨਾਂ ਸਵਾਲਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਚੰਗੇ ਤਰੀਕੇ ਨਾਲ ਅਸੀਂ ਇਹਨਾਂ ਸਵਾਲਾਂ ਨੂੰ ਕਨਸੈਪਚੁਅਲੀ ਕਰਾਂਗੇ। ਆ ਜਾਓ ਜੀ ਅੱਗੇ। ਹੁਣ ਆਪਣੇ ਕੋਲ ਕਹਿੰਦਾ 30 ਨੰਬਰਾਂ ਦੀ ਐਵਰੇਜ ਵੈਲਿਊ, ਮੀਨ ਦਾ ਮਤਲਬ ਹੁੰਦਾ ਹੈ ਐਵਰੇਜ। 30 ਨੰਬਰਾਂ ਦੀ ਔਸਤ 150 ਆ, ਘਬਰਾਉਣ ਦੀ ਕੋਈ ਲੋੜ ਨਹੀਂ। A + B + C, ਬਸ ਬਿੰਦੀਆਂ ਪਾ ਦਿਓ। ਗਿਣਤੀ ਕਿੰਨੀ ਆ ਟੋਟਲ? 30। ਪਤਾ ਲੱਗ ਗਿਆ ਕਿ ਤੁਸੀਂ 30 ਨੰਬਰਾਂ ਦੀ ਔਸਤ ਹੀ ਲਿਖੀ ਆ। ਇਹ ਥੋੜਾ ਕਿ 30 ਤੱਕ ਉਹਨਾਂ ਨੂੰ ਗਿਣਤੀ ਲਿਖੀ ਜਾਓਗੇ A + B + C। ਕਹਿੰਦੇ ਇਹ ਪਤਾ ਕੀਤਾ ਗਿਆ ਕਿ ਆਹੋ ਆਹ ਸਭ ਤੋਂ ਇੰਪੋਰਟੈਂਟ ਆ, ਇਹਨਾਂ 30 ਨੰਬਰਾਂ ਚੋਂ ਇੱਕ ਨੰਬਰ ਹਾਈਲਾਈਟ ਕਰ ਦਿਓ ਥੋੜਾ ਜਿਹਾ ਅੱਗੇ ਜਾ ਕੇ, X। ਚਲੋ ਕੋਈ ਨਹੀਂ, ਦੇਖਦੇ ਆ। ਇਹਨਾਂ 30 ਨੰਬਰਾਂ ਦੇ ਵਿੱਚ ਇੱਕ ਵੈਲਿਊ ਸੀਗੀ ਕਿ ਇੱਕ ਵੈਲਿਊ ਸੀਗੀ ਜਿਹੜੀ ਅਸਲ 'ਚ ਤਾਂ ਸੀਗੀ 165। ਅਸਲ 'ਚੋਂ ਵੈਲਿਊ ਕਿੰਨੀ ਸੀਗੀ? 165, ਬਟ ਉਹਨੂੰ ਕਾਪੀ ਕਿੰਨਾ ਕਰ ਲਿਆ ਗਿਆ? 135। ਇਹਨਾਂ 'ਚ ਇੱਕ ਨੰਬਰ 165 ਹੋਣਾ ਚਾਹੀਦਾ ਸੀਗਾ, ਪਰ ਉਹਨੂੰ ਗਲਤੀ ਨਾਲ ਕਿੰਨਾ ਲਿਖਿਆ ਗਿਆ? 135। ਠੀਕ ਹੈ ਬਈ, ਜਦੋਂ ਬਾਕੀ ਸਾਰੇ ਨੰਬਰ ਠੀਕ ਆ, ਜਿਹੜਾ ਨੰਬਰ ਇੱਕ ਗਲਤ ਲਿਖਿਆ ਉਹਨੂੰ ਮੈਂ ਹਾਈਲਾਈਟ ਕਰਕੇ ਲਿਖ ਲਿਆ ਕਿ ਬਾਕੀ ਸਾਰੇ ਨੰਬਰ ਪਲੱਸ ਇੱਕ ਨੰਬਰ 135 ਸੀਗਾ, ਉਹਦੀ ਐਵਰੇਜ ਇਹਨਾਂ ਨੇ 150 ਕੱਢਤੀ। ਕਹਿੰਦੇ ਜੇ ਉਹ 165 ਦੀ ਬਜਾਏ ਅਸਲੀ ਨੰਬਰ ਹੁੰਦਾ 135 ਦੀ ਬਜਾਏ ਉਹ ਆਪਣੀ ਅਸਲੀ ਵੈਲਿਊ ਚੱਕਦਾ 165, ਤਾਂ ਫਿਰ ਐਵਰੇਜ ਸਹੀ ਕਿੰਨੀ ਨਿਕਲ ਕੇ ਆਉਂਦੀ? ਮੈਂ ਕਹਿੰਦਾ ਕਿ ਉਹਨਾਂ ਨੇ ਪੁੱਛਿਆ ਹੈ ਕਿ A + B + C ਬਾਕੀ ਸਾਰੇ ਨੰਬਰ ਸਹੀ ਆ, 135 ਦੀ ਜਗ੍ਹਾ ਤੇ ਕਿੰਨਾ ਹੁੰਦਾ? 165। ਨੰਬਰਾਂ ਦੀ ਗਿਣਤੀ ਵੀ ਬਿਲਕੁਲ ਨਹੀਂ ਬਦਲੀ, 30। ਕਹਿੰਦੇ ਹੁਣ ਜਿਹੜੀ ਐਵਰੇਜ ਨਿਕਲ ਕੇ ਆਊਗੀ ਇਹ ਆਨਸਰ ਦੱਸ ਦਿਓ ਸਾਨੂੰ ਕਿੰਨਾ ਹੈ। ਤੇ ਬੜਾ ਸੌਖਾ ਸਵਾਲ ਆ। ਚੁੱਪ ਕਰਕੇ ਸਭ ਤੋਂ ਪਹਿਲਾਂ ਇਹਨੂੰ ਪਰਲੇ ਪਾਸੇ ਲੈ ਜਾਓ। ਜਦੋਂ ਤੁਸੀਂ ਇਹਨੂੰ ਪਰਲੇ ਪਾਸੇ ਲੈ ਕੇ ਗਏ A + B + C, ਬਾਕੀ ਸਭ ਕੁਝ ਪਰਲੇ ਪਾਸੇ ਲੈ ਜਾਓ। 30 ਨੂੰ 150 ਨਾਲ ਲੈ ਕੇ ਗਏ ਤਾਂ ਸ਼ਾਇਦ ਇਹ ਆ ਜਾਊਗਾ 4500। ਕਿੰਨਾ ਆ ਜਾਊਗਾ? 4500 ਦੇ ਵਿੱਚੋਂ ਆਹ ਵਾਲਾ 135 ਘਟਾ ਦਿਓ। ਜਦੋਂ ਤੁਸੀਂ 4500 ਚੋਂ 135 ਘਟਾਇਆ ਤਾਂ ਕੈਲਕੂਲੇਟ ਕਰਕੇ ਦੱਸੋ ਕਿ ਕਿੰਨਾ ਆਊਗਾ ਆਪਣੇ ਕੋਲ? ਇਹ ਆਊਗਾ ਸ਼ਾਇਦ ਆਪਣੇ ਕੋਲ 4365।
ਇਹ ਕਿੰਨਾ ਆ ਗਿਆ ਆਪਣੇ ਕੋਲ 4365। ਪਲੀਜ਼ ਗੌਰ ਕਰਿਓ, ਤੁਸੀਂ ਪਤਾ ਕਿਹੜੀ ਵੈਲਿਊ ਪਤਾ ਕਰ ਲਈ ਆ 135 ਨੂੰ ਜਾਂ 165 ਨੂੰ ਛੱਡ ਕੇ ਬਾਕੀ ਜਿਹੜਾ ਬਿਲਕੁਲ ਸਹੀ ਹਿੱਸਾ ਸੀ ਉਹਦੀ ਵੈਲਿਊ ਤਾਂ ਪਤਾ ਕਰ ਹੀ ਲਈ ਹੈ ਤੁਸੀਂ। ਕਿੰਨੀ ਵੈਲਿਊ ਪਤਾ ਕੀਤੀ ਇਹਦੀ ਤੁਸੀਂ 4365। ਤੁਸੀਂ ਇਹਦੀ ਵੈਲਿਊ 4365 ਪਤਾ ਕੀਤੀ ਆ, ਨਾਲ ਹੁਣ ਇੱਕ ਵੈਲਿਊ 165 ਆ ਜਿਹੜੀ ਸਹੀ ਵੈਲਿਊ ਆ। ਇਹ ਤੋਂ ਬਿਨਾ ਵੈਲਿਊ ਜਿਹੜੀ ਦਾ ਜੋੜ ਸੀਗਾ ਉਹ 4365 ਸੀ, ਹੁਣ 165 ਆ ਗਿਆ 135 ਚੱਕਦਾ ਇਹਦੇ ਚੋਂ ਆਪਾਂ। ਹੁਣ ਆਪਾਂ ਸਹੀ ਨੰਬਰਾਂ ਦੀ ਐਵਰੇਜ ਪਤਾ ਕਰ ਲਈ, 30 ਨਾਲ ਡਿਵਾਈਡ ਕਰਦੇ ਆ। ਪਹਿਲਾਂ ਤਾਂ ਤੁਸੀਂ 4365 ਚ 165 ਜੋੜੋ, ਕਿੰਨਾ ਜੁੜੂ ਆਊਗਾ 4365 ਚ 165 ਜੋੜੋ, ਕਿੰਨਾ ਆਊਗਾ ਆਪਣੇ ਕੋਲ ਕਿੰਨਾ 4530 ਆਊਗਾ ਵੀ। ਹੁਣ ਇਹਨੂੰ 3 ਨਾਲ ਡਿਵਾਈਡ ਕਰੋ। ਜਦੋਂ ਇਹਨੂੰ 3 ਨਾਲ ਡਿਵਾਈਡ ਕੀਤਾ ਤੇ ਆਪਣੇ ਕੋਲ ਆਨਸਰ ਕਿੰਨਾ ਆ ਗਿਆ, ਆਪਣੇ ਕੋਲ ਆਨਸਰ ਆ ਗਿਆ 1 5 1 ਆਹੀ ਆ ਗਿਆ। ਇਟ ਮੀਨਸ ਅਸਲ ਦੇ ਵਿੱਚ ਐਵਰੇਜ ਜਿਹੜੀ ਸੀਗੀ 151 ਸੀਗੀ, ਬਸ ਇੱਕ ਵੱਧ ਸੀਗੀ। ਆਹ ਗੱਲ ਸਮਝ ਆ ਗਈ ਸਾਰਿਆਂ ਨੂੰ। ਮੀਨਸ ਸਾਡੇ ਕੋਲ ਉਹਨਾਂ ਨੇ ਦੱਸਤਾ ਕਿ ਪਹਿਲਾਂ 30 ਨੰਬਰ ਸੀਗੇ, 30 ਨੰਬਰਾਂ ਦੇ ਵਿੱਚ ਜਿਹੜਾ ਨੰਬਰ ਗੜਬੜ ਸੀ ਉਹਨੂੰ ਹਾਈਲਾਈਟ ਕਰ ਲਿਆ, ਉਹਨੂੰ ਛੱਡ ਕੇ ਬਾਕੀ ਸਾਰੇ ਨੰਬਰਾਂ ਦਾ ਜੋੜ ਪਤਾ ਕਰ ਲਿਆ। ਬਾਕੀ ਸਾਰੇ ਨੰਬਰਾਂ ਦਾ ਜੋੜ, ਕਿਉਂਕਿ ਉੱਪਰ ਸਾਰਿਆਂ ਦਾ ਜੋੜ ਲਿਖਣਾ ਹੈ, ਉਹਨੂੰ ਛੱਡ ਕੇ ਬਾਕੀ ਸਾਰਿਆਂ ਦਾ ਜੋੜ ਪਲੱਸ ਉਹਦਾ ਜੋੜ ਅੱਡ ਕਰਕੇ ਫਿਰ ਸਾਰੀ ਗਿਣਤੀ ਨਾਲ ਡਿਵਾਈਡ ਕਰਤਾ, ਸਵਾਲ ਖਤਮ। ਸਮਝ ਆ ਗਈ ਗੱਲ। ਕੋਈ ਸ਼ਾਰਟਕਟ ਨਹੀਂ, ਕੋਈ ਕੁਛ ਨਹੀਂ, ਐਵੇਂ ਜਿਹੇ ਸਵਾਲ ਹੀ ਆਪਣੇ ਕੋਲ ਆਈ ਜਾਣੇ ਆ। ਆਹ ਦੇਖੋ ਅਗਲਾ ਸਵਾਲ ਜਿਹੜਾ ਤੁਹਾਡੇ ਪੜ੍ਹਨ ਵਾਸਤੇ ਮੈਂ ਛੱਡਤਾ, ਉਹ ਵੀ ਸੇਮ ਇਸੇ ਪੈਟਰਨ ਤੇ ਹੀ ਆਇਆ ਹੋਇਆ ਸਵਾਲ ਆ। ਦਾ ਐਵਰੇਜ ਆਫ 10 ਨੰਬਰਸ ਇਜ਼ 40.2। ਕਹਿੰਦੇ 10 ਨੰਬਰਾਂ ਦੀ ਔਸਤ 40.2 ਹੈ। 10 ਨੰਬਰਾਂ ਦੀ ਔਸਤ ਕਿੰਨੀ ਆ ਜੀ 40.2 ਆ। ਬਾਅਦ 'ਚ ਪਤਾ ਕੀਤਾ ਗਿਆ ਕਿ ਇਹਨਾਂ ਚੋਂ 2 ਨੰਬਰ ਗਲਤ ਕਾਪੀ ਹੋਏ ਆ। ਪਲੀਜ਼ ਕਿੰਨੇ ਨੰਬਰ ਆ ਜੀ 10, 10 ਚੋਂ 8 ਨੰਬਰ ਹੀ ਸਹੀ ਆ, 2 ਨੰਬਰ ਗਲਤ ਕਾਪੀ ਹੋਏ ਆ। ਚਲੋ ਜੇ 10 ਨੰਬਰਾਂ ਤੱਕ ਦਾ ਸਵਾਲ ਆ ਨਾ ਤਾਂ ਮੈਂ ABC ਲਿਖ ਵੀ ਸਕਦਾ, ਮੈਨੂੰ ਕੋਈ ਇਤਰਾਜ਼ ਵੀ ਨਹੀਂ ਕਿ ਇੱਕ ਨੰਬਰ A ਆ, ਇੱਕ B ਆ, ਇੱਕ C ਆ, ਇੱਕ D ਆ, ਇੱਕ ਵੈਸੇ ਲਿਖਣਾ ਸਿਆਣਪ ਕੋਈ ਨਹੀਂ, ਇੱਕ G ਆ, ਇੱਕ H ਆ। 8 ਨੰਬਰ ਤਾਂ ਬਿਲਕੁਲ ਸਹੀ ਆ। ਲਾਸਟ ਵਾਲੇ 2 ਨੰਬਰਾਂ ਦਾ ਰੌਲਾ ਹੈ ਤੇ ਐਵਰੇਜ ਥੱਲੇ 10 ਦੀ ਆ। ਐਵਰੇਜ ਹੈ ਵੀ ਕਿੰਨੀ ਆ 40.2। ਹਾਂਜੀ ਅੱਛਾ ਚਲੋ ਦੇਖ ਲੈਣੇ ਇਸ ਤੋਂ ਬਾਅਦ, ਠੀਕ ਆ। ਪਹਿਲਾਂ ਇੱਥੇ ਆਪਾਂ ਕਰ ਲਈਏ। ਆਪਾਂ ਨੂੰ ਕਿਸੇ ਨੇ ਕਹਿਤਾ ਕਿ 8 ਨੰਬਰ ਨੇ A + B + C + D + E + F + G + H। 8 ਨੰਬਰ ਤਾਂ ਸਹੀ ਆ। ਕਹਿੰਦਾ ਬਾਅਦ ਚ ਪਤਾ ਲੱਗਾ ਕਿ 2 ਨੰਬਰ ਗਲਤ ਕਾਪੀ ਹੋਏ ਆ। ਜਿਹੜਾ ਲਾਸਟ ਵਾਲੇ 2 ਨੰਬਰ ਜਿਹੜੇ ਗੜਬੜ ਹੋਏ ਆ ਨਾ, ਜਿਹੜਾ ਪਹਿਲੇ ਨੰਬਰ 'ਚ ਕੀ ਗੜਬੜ ਪਾਈ ਗਈ ਆ, ਸੁਣੋ ਮੇਰੀ ਗੱਲ। ਜਿਹੜਾ ਐਕਚੁਅਲ ਨੰਬਰ ਆ ਨਾ, ਐਕਚੁਅਲ ਨੰਬਰ ਦਾ ਫਸਟ ਨੰਬਰ ਇਜ਼ 18 ਗ੍ਰੇਟਰ ਦੈਨ ਦੀ ਐਕਚੁਅਲ ਨੰਬਰ। ਅਸਲ ਦੇ ਵਿੱਚ ਜਿਹੜਾ ਇੱਥੇ 9ਵਾਂ ਨੰਬਰ ਆਉਣਾ ਸੀਗਾ, ਜੇ ਉਹ ਸਹੀ ਨੰਬਰ x ਸੀਗਾ, ਸਹੀ ਨੰਬਰ ਕਿੰਨਾ ਸੀਗਾ x, ਤੇ ਇੱਥੇ ਜਿਹੜਾ ਨੰਬਰ ਲਿਖਿਆ ਗਿਆ ਉਹ x ਨਹੀਂ ਲਿਖਿਆ ਗਿਆ, ਉਹ x ਤੋਂ 18 ਵੱਧ ਲਿਖਿਆ ਗਿਆ। x + 18, 18 ਗੁਣਾ ਨਹੀਂ, 18x ਨਹੀਂ, x ਤੋਂ 18 ਵੱਧ। ਐਕਚੁਅਲ ਨੰਬਰ ਤੋਂ, ਅਸਲੀ ਨੰਬਰ ਤੋਂ 18 ਵੱਧ ਕਰਕੇ ਲਿਖਿਆ ਗਿਆ। ਤੇ ਦੂਜਾ ਨੰਬਰ ਜਿਹੜਾ ਸੀਗਾ ਉਹ 13 ਐਡ ਕੀਤਾ ਗਿਆ ਇਨਸਟੈਡ ਆਫ 31। ਦੂਜਾ ਨੰਬਰ 31 ਸੀਗਾ ਪਰ ਇੱਥੇ ਲਿਖਣ ਲੱਗਿਆ ਨੇ ਕਿੰਨਾ ਲਿਖਤਾ 13। ਤੇ ਕਹਿੰਦੇ ਐਵਰੇਜ ਕਿੰਨੀ ਬਣੀ ਆ 40.2। ਕਹਿੰਦੇ ਇਦਾਂ ਕਰੋ ਹੁਣ ਐਵਰੇਜ ਸਹੀ ਕਰਕੇ ਦਿਓ। ਸਹੀ ਐਵਰੇਜ ਕਿਵੇਂ ਪਤਾ ਕਰਕੇ ਦਿਓ ਕਿ A + B + C + D + E + F + G + H ਤਾਂ ਸੇਮ ਆ। ਇੱਥੇ x + 18 ਨਹੀਂ, ਅਸਲੀ ਨੰਬਰ x ਸੀਗਾ। ਉੱਥੇ ਅਗਲਾ ਨੰਬਰ 13 ਨਹੀਂਗਾ, ਕਿੰਨਾ ਹੈ ਭਲਾ 31। ਕਹਿੰਦੇ ਸਾਨੂੰ ਤਾਂ ਆਹ ਵਾਲੀ ਐਵਰੇਜ ਚਾਹੀਦੀ ਆ, ਸਿਰਫ ਆਹ ਵਾਲੀ ਐਵਰੇਜ। ਇਹ ਬਿਲਕੁਲ ਸਹੀ ਐਵਰੇਜ ਆ, ਆਹੀ ਚਾਹੀਦੀ ਆ। ਤਾਂ ਤੁਸੀਂ ਕੀ ਕੀਤਾ, ਤੁਸੀਂ ਸਭ ਤੋਂ ਪਹਿਲਾਂ ਜਿਹੜੇ ਹਿੱਸੇ ਦੀ ਆਪਾਂ ਨੂੰ ਇੱਥੇ ਨਹੀਂ ਚੀਜ਼ ਪਤਾ ਉਹ ਉੱਪਰੋਂ ਕੱਢ ਲਈ। ਕੀ ਕੱਢ ਸਕਦੇ ਆ ਬੜੇ ਆਰਾਮ ਨਾਲ। 40.2 ਨੂੰ 40.2 ਦਾ ਮਤਲਬ ਹੁੰਦਾ 402/10। ਇਹਨੂੰ 10 ਨਾਲ ਗੁਣਾ ਕੀਤਾ ਕਿਉਂਕਿ 10 ਉੱਧਰ ਜਾ ਕੇ ਗੁਣਾ ਹੋ ਗਿਆ, 402 ਆ ਗਿਆ। ਤਾਂ ਤੁਹਾਨੂੰ ਪਤਾ A + B + C, A + B + C, A B C G + H + X। ਇੱਥੋਂ ਤੱਕ ਦੀ ਵੈਲਿਊ ਆਪਾਂ ਨੂੰ ਪਤਾ ਲੱਗ ਗਈ ਕਿ 40.2 ਉੱਧਰ ਜਾ ਕੇ ਬਣ ਗਿਆ 402 ਮਾਈਨਸ ਆ 18 ਤੇ 13 ਜੁੜ ਗਏ, ਕਿੰਨੇ ਹੋ ਗਏ ਆਪਣੇ ਕੋਲ 31। ਇਹ 402 ਦੇ ਵਿੱਚ ਉੱਧਰ ਜਾ ਕੇ ਘਟਣਗੇ। ਇਹਦਾ ਮਤਲਬ ਇੱਥੋਂ ਤੱਕ ਦੀ ਵੈਲਿਊ ਮੈਨੂੰ ਪਤਾ ਲੱਗ ਗਈ, ਇਹ ਆ ਗਈ 402 - 31। ਮੇਰੇ 'ਚ ਹਿੰਮਤ ਨਹੀਂ ਸੀ ਇਹਨੂੰ ਜੋੜਨ ਦੀ, ਘਟਾਉਣ ਦੀ। 402 - 31 ਨੂੰ ਐਵੇਂ ਹੀ ਲਿਖ ਲਿਆ ਮੈਂ, ਪਲੱਸ ਇੱਕ ਨੰਬਰ ਜੋੜਨਾ ਸੀ, ਕਿਹੜਾ ਭਲਾ 31। ਜੋੜਨ ਦੀ ਲੋੜ ਹੀ ਨਹੀਂ ਪਈ ਕਿਉਂਕਿ ਆਪੇ ਹੀ ਕੱਟਿਆ ਗਿਆ। ਵੈਸੇ ਵੀ ਜੇ ਤੁਸੀਂ 402 ਚੋਂ 31 ਘਟਾ ਕੇ ਲਿਖਦੇ ਵੀ, ਉਹਦੇ 'ਚ ਫੇਰ 31 ਜੋੜਦੇ ਤਾਂ 402 ਹੀ ਆਉਣਾ ਸੀ। ਤਾਂ 402/10 ਅਸਲੀ ਐਵਰੇਜ ਆ ਗਈ 40.2।
ਜਿਹੜੀ ਉਹ ਐਵਰੇਜ ਉੱਥੇ ਕਿੰਨੀ ਦਿਸ ਰਹੀ ਸੀਗੀ, ਇਹ ਕੀ ਆ ਗਿਆ ਆਪਣੇ ਕੋਲ, ਸੌਰੀ ਦੇਖੋ ਆਪਾਂ ਗਲਤੀ ਕਿੱਥੇ ਕੀਤੀ ਹੈ, ਆਪਾਂ ਗਲਤੀ ਕਿੱਥੇ ਕੀਤੀ ਹੈ, ਕੈਲਕੂਲੇਸ਼ਨਸ ਕਿੱਥੇ ਚਾ, ਹਾਂਜੀ 31 ਚੋਂ 13 ਮਾਈਨਸ ਕਰਦੇ 18 ਘਟਦੇ ਨੇ, ਹਾਂ ਹਾਂ ਤਾਂ 18 ਹੀ ਆਪਾਂ ਐਡ ਕਰਦੇ ਤਾਂ ਉਹ ਰਿਮੇਨ ਸੇਮ ਰਹਿ, ਨਹੀਂ ਦੇਖੋ ਓਕੇ ਆਪਾਂ 18 ਵੱਧ ਲਿਖੇ ਗਏ ਸੀ, ਹਾਂ 13 ਲਿਖਤਾ, ਉੱਥੇ 18 ਘਟ ਗਏ। ਅਸਲ 'ਚ ਆ ਲਿਖਣਾ ਸੀ ਆਪਾਂ, ਠੀਕ ਆ, ਇਹਦੇ ਪਲੱਸ ਆਪਣੇ ਕੋਲ ਕਿੰਨਾ ਆ ਗਿਆ 31, ਨਹੀਂ ਆਨਸਰ ਸਹੀ ਆ, ਹਾਂ ਬਸ ਠੀਕ ਆ, ਕਨਫਿਊਜ਼ ਹੋਣ ਦੀ ਲੋੜ ਹੀ ਨਹੀਂ, ਬਿਕੋਜ਼ ਐਵਰੇਜ ਤੇ ਕੋਈ ਫਰਕ ਹੀ ਨਹੀਂ ਪਿਆ, ਪਤਾ ਕਿਉਂ, ਕਿਉਂਕਿ ਇੱਕ ਨੰਬਰ 18 ਵੱਧ ਲਿਖਿਆ ਗਿਆ ਤੇ ਇੱਕ ਉਨਾ ਹੀ ਘਟ ਗਿਆ, ਮੇਰੀ ਗੱਲ ਸਮਝ ਗਏ, ਤਾਂ ਐਵਰੇਜ ਕਿੰਨੀ ਆ ਗਈ 40.2, ਕਿਸੇ ਨੂੰ ਕੋਈ ਡਾਊਟ ਇਹਦੇ 'ਚ, ਨੈਕਸਟ ਸਮਝ ਆ ਗਿਆ ਨਾ, ਤਾਂ ਵੈਸੇ ਚਲੋ ਹੋ ਗਏ, ਆ ਲਓ ਜੀ ਸਮਝ ਆ ਗਿਆ, ਮੀਨਸ ਮੈਂ ਇਹ ਚਾਹੁੰਦਾ ਯਾਰ ਕਿ ਕਨਸੈਪਟ ਕਲੀਅਰ ਹੋਣ ਸਾਰੇ ਤੁਹਾਡੇ, ਠੀਕ ਆ ਜਾਓ ਜੀ ਹੁਣ ਅੱਗੇ, ਕਹਿੰਦਾ ਜੀ ਸਵਾਲ, ਅਗਲਾ ਸਵਾਲ ਇਹ ਆ, ਕਹਿੰਦਾ ਜੀ ਇੱਕ ਜਗ੍ਹਾ ਤੇ ਐਵਰੇਜ ਸੈਲਰੀ, ਇੱਕ ਜਗ੍ਹਾ ਤੇ 2 ਲੈਵਲ ਦੇ ਅਫਸਰ ਕੰਮ ਕਰਦੇ ਆ, ਇੱਕ ਉਹ ਨੇ ਜਿਹੜੇ ਵੱਡੇ ਅਫਸਰ ਨੇ, ਉਹਨਾਂ ਦੀ ਤਾਂ ਸੈਲਰੀ ਹੈਗੀ ਆ 12,000, ਇੱਕ ਛੋਟੇ ਲੈਵਲ ਦੇ ਮੁਲਾਜ਼ਮ ਨੇ, ਇਹੋ ਜਿਹੇ ਸਵਾਲ ਮੈਂ ਪਹਿਲਾਂ ਕਰਾ ਦਾਂ, ਪਹਿਲਾਂ ਨਾ ਮੈਂ ਇਹਦਾ ਕਨਸੈਪਟ ਕਲੀਅਰ ਕਰਾਉਣਾ ਚਾਹੁੰਦਾ ਤੁਹਾਨੂੰ, ਤੇ ਆਹ ਤਾਂ ਬਹੁਤ ਇੰਪੋਰਟੈਂਟ ਗੱਲ ਆ ਜਿਹੜੀ ਮੈਂ ਹੁਣ ਦੱਸਣਾ ਚਾਹੁੰਦਾ। ਮੰਨ ਲਓ ਤੁਹਾਡੇ ਦਫ਼ਤਰ 'ਚ 2 ਪ੍ਰਕਾਰ ਦੇ ਮੁਲਾਜ਼ਮ ਨੇ, ਠੀਕ ਆ, ਇੱਕ ਪ੍ਰਕਾਰ ਦੇ ਮੁਲਾਜ਼ਮ ਨੇ ਤੁਹਾਡੇ ਦਫ਼ਤਰ 'ਚ 12,000 ਸੈਲਰੀ ਲੈਣ ਵਾਲੇ, ਇਹੋ ਜਿਹੇ ਮੁਲਾਜ਼ਮਾਂ ਦੀ ਗਿਣਤੀ ਹੈਗੀ ਆ 7, ਇੱਕ ਮੁਲਾਜ਼ਮ ਨੇ ਜਿਨ੍ਹਾਂ ਦੀ ਗਿਣਤੀ ਹੈਗੀ ਆ 14 ਤੇ ਉਹ ਨੇ 6,000 ਸੈਲਰੀ ਲੈਣ ਵਾਲੇ, ਕਿੰਨੀ ਸੈਲਰੀ ਲੈਣ ਵਾਲੇ ਆ ਜੀ 6,000 ਸੈਲਰੀ ਲੈਣ ਵਾਲੇ ਟੋਟਲ ਨੇ, ਉਹ ਮੁਲਾਜ਼ਮ 6 ਨੇ, ਮਤਲਬ ਕਿ ਉਹ 14 ਮੁਲਾਜ਼ਮ 6,000 ਸੈਲਰੀ ਲੈਂਦੇ ਆ, ਠੀਕ ਆ, ਤੇ ਸਾਨੂੰ ਕਿਸੇ ਨੇ ਪੁੱਛਿਆ ਏ ਕਿ ਐਵਰੇਜ ਸੈਲਰੀ ਕਿੰਨੀ ਆਊਗੀ, ਚਲੋ ਮੈਂ ਇੱਥੋਂ ਕਨਸੈਪਟ ਵੀ ਸਮਝਾਉਂਗਾ ਤੇ ਇਹਦਾ ਸ਼ਾਰਟਕਟ ਵੀ ਦੱਸੂਗਾ, ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਫਿੱਟ ਹੋ ਜੇ ਕਿ ਇਹਨੂੰ ਸ਼ਾਰਟਕਟ ਨਾਲ ਕਿਵੇਂ ਕਰਨਾ ਹੈ, ਪਰ ਸ਼ਾਰਟਕਟ ਵਰਤਿਓ ਨਾ, ਬਸ ਉਹਨੂੰ ਸਮਝਿਓ ਜ਼ਰੂਰ। ਮੰਨ ਲਓ ਜੇ 7 ਬੰਦੇ ਨੇ, ਜਿਹੜੇ 7 ਬੰਦੇ ਨੇ ਉਹਨਾਂ ਦੇ ਨਾਮ ਵੱਡੇ ਅਫਸਰ ਨੇ, ਉਹਨਾਂ ਦੀ ਸੈਲਰੀ 12,000 ਰੁਪਈਆ ਹੈ, A + B + C + D + E + F + G ਬਟੇ 7 ਕਿੰਨੀ ਹੈ ਜੀ ਉਹਨਾਂ ਦੀ ਐਵਰੇਜ ਸੈਲਰੀ 12,000, ਠੀਕ ਆ, ਤਾਂ 7 ਜਾਣਿਆਂ ਦਾ ਕੁੱਲ ਜੋੜ ਕਿੰਨਾ ਆ ਗਿਆ, ਮਤਲਬ ਮਹਿਕਮੇ ਨੂੰ ਉਹਨਾਂ ਦੇ ਕਿੰਨੇ ਖਰਚਣੇ ਪੈ ਰਹੇ ਆ 84,000 ਰੁਪਈਆ, ਕਿੰਨਾ ਖਰਚਣਾ ਪੈ ਰਿਹਾ 84,000, ਫਿਰ ਉਸ ਤੋਂ ਬਾਅਦ ਛੋਟੇ ਮੁਲਾਜ਼ਮ ਆ ਗਏ, A + B + C + D + E + F G H I J K L M N O M N N ਤੱਕ ਜਾਣਗੇ, ਮਤਲਬ ਉਹੀ ਲਿਖਤਾ ਮੈਂ, ਇਹ ਗਿਣਤੀ ਕਿੰਨੀ ਇਹਨਾਂ ਦੀ 14, ਇਹਨਾਂ ਦੀ ਤਨਖਾਹ ਕਿੰਨੀ ਆ, ਐਵਰੇਜ ਤਨਖਾਹ 6,000, ਜੇ ਮੈਂ ਇਹਨਾਂ ਦੀ ਕਰਨਾ ਚਾਹਾਂ ਤਾਂ 14 ਛੀਕੇ ਕਿੰਨਾ ਹੁੰਦਾ ਹੈ 96, ਇਹਨਾਂ ਦੇ ਸਰਕਾਰ ਨੂੰ ਕਿੰਨਾ ਖਰਚਣਾ ਪੈ ਰਿਹਾ ਹੈ 96,000, ਠੀਕ ਆ। ਹੁਣ ਉਹਨਾਂ ਨੇ ਕਹਿਤਾ ਕਿ ਸਾਰਿਆਂ ਦੀ ਐਵਰੇਜ ਸੈਲਰੀ ਦੱਸੋ ਕਿੰਨੀ ਆ, ਕਿਹਦੀ ਐਵਰੇਜ ਸੈਲਰੀ ਦੱਸਣੀ, ਹੁਣ ਆਪਾਂ ਸਭ ਦੀ, ਬਈ ਸਭ ਦੀ ਐਵਰੇਜ ਸੈਲਰੀ ਕਿਵੇਂ, A B ਵਾਲੇ ਸਾਰੇ, ਫਿਰ A B ਵਾਲੇ ਸਾਰੇ, ਤੇ ਥੱਲੇ ਸਾਰਿਆਂ ਦੀ ਕੁੱਲ ਗਿਣਤੀ 7 + 14 ਬਰਾਬਰ ਹੈ ਕਿੰਨਾ ਆਊਗਾ ਆਪਣੇ ਕੋਲ, ਐਵਰੇਜ ਸੈਲਰੀ ਕਿੰਨੀ ਆਊਗੀ, ਇਹ ਕੱਢਣੀ ਪੈਣੀ ਆ, ਕੋਈ ਦੱਸ ਸਕਦਾ, ਇੱਥੋਂ ਦੱਸੋ ਇਹਨਾਂ ਸਾਰਿਆਂ ਦਾ ਜੋੜ ਕਿੰਨਾ ਆ, ਬਈ ਇਹਨਾਂ ਸਾਰਿਆਂ ਦਾ ਜੋੜ ਕਿੰਨਾ ਆਇਆ ਸੀ 84 ਨਹੀਂ ਸੀ ਆਇਆ, 12,000 × 7 ਆਇਆ ਸੀ, ਚਲੋ 84,000 ਹੀ ਸੀ, ਆ ਦੂਜੇ ਪਾਸੇ ਵਾਲਿਆਂ ਦਾ ਜੋੜ ਕਿੰਨਾ ਆ ਗਿਆ ਸੀਗਾ, ਛੋਟੇ ਮੁਲਾਜ਼ਮਾਂ ਦੀ ਸੈਲਰੀ ਦਾ, ਇਹ ਕਿੰਨਾ ਆਇਆ ਸੀਗਾ 6,000 × 14, ਇਸ ਥੱਲੇ ਕੀ ਸੀਗਾ 7 + 14, ਪਹਿਲੇ ਪ੍ਰਕਾਰ ਦੇ ਮੁਲਾਜ਼ਮ ਪਲੱਸ ਦੂਜੇ ਪ੍ਰਕਾਰ ਦੇ ਮੁਲਾਜ਼ਮ, ਇੱਥੋਂ ਕੀ ਨਿਕਲ ਕੇ ਆਉਣੀ ਸੀ ਆਪਣੇ ਕੋਲ, ਸਾਰਿਆਂ ਦੀ ਐਵਰੇਜ ਸੈਲਰੀ ਨਿਕਲ ਕੇ ਆਉਣੀ ਸੀ ਕਿ ਨਹੀਂ ਆਉਣੀ ਸੀ, ਆਉਣੀ ਸੀ। ਇਟ ਮੀਨਸ ਅੱਜ ਤੋਂ ਬਾਅਦ ਜੇ ਸ਼ਾਰਟਕਟ ਵੀ ਯਾਦ ਰੱਖਣਾ ਹੈ ਤਾਂ ਫਿਰ ਆ ਪੱਲੇ ਬੰਨ ਲਿਓ, ਸ਼ਾਰਟਕਟ ਬਣਾ ਕੇ ਦਿੱਤਾ ਤੁਹਾਨੂੰ ਮੈਂ ਕਿ ਜੇ ਪਹਿਲੇ ਪ੍ਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ N1 ਆ,
ਉਹਨਾਂ ਦੀ ਔਸਤਨ ਸੈਲਰੀ A1 ਆ, ਦੂਜੇ ਪ੍ਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ N2 ਆ, ਉਹਨਾਂ ਦੀ ਔਸਤਨ ਸੈਲਰੀ N2 ਆ, ਤਾਂ ਸਾਰਿਆਂ ਨੂੰ ਮਿਕਸ ਕਰਕੇ ਜਿਹੜੀ ਐਵਰੇਜ ਸੈਲਰੀ ਬਣੂਗੀ, ਪਹਿਲੇ ਪ੍ਰਕਾਰ ਦੇ ਮੁਲਾਜ਼ਮ ਉਹਨਾਂ ਦੀ ਔਸਤਨ ਸੈਲਰੀ, ਦੂਜੇ ਪ੍ਰਕਾਰ ਦੇ ਮੁਲਾਜ਼ਮ ਉਹਨਾਂ ਦੀ ਔਸਤਨ ਸੈਲਰੀ ਬਰਾਬਰ ਹੈ ਸਾਰੇ ਪ੍ਰਕਾਰ ਦੇ ਮੁਲਾਜ਼ਮ ਗੁਣਾ ਸਭ ਦੀ ਔਸਤਨ ਸੈਲਰੀ। ਸਮਝ ਆ ਗਈ ਗੱਲ? ਇੱਥੇ ਥੋੜਾ ਚੱਲੂਗਾ ਮੱਝਾਂ ਦਾ ਔਸਤਨ ਭਾਰ ਜਾਂ ਮੱਝਾਂ ਦਾ ਔਸਤਨ ਰੇਟ, ਗਾਵਾਂ ਦਾ ਔਸਤਨ ਰੇਟ, ਸਾਰੇ ਪਸ਼ੂਆਂ ਦਾ ਪੁੱਛ ਲੈਣ ਤਾਂ ਇਹ ਸਵਾਲ। ਸਟੇਸ਼ਨਰੀ ਖਰੀਦਣ ਗਏ, ਇੱਕ ਪ੍ਰਕਾਰ ਦੀ ਸਟੇਸ਼ਨਰੀ ਦਾ ਰੇਟ A1, ਦੂਜੇ ਪ੍ਰਕਾਰ ਦੀ ਸਟੇਸ਼ਨਰੀ ਦਾ ਰੇਟ A2, ਤੀਸਰੇ ਪ੍ਰਕਾਰ ਦੀ ਸਟੇਸ਼ਨਰੀ ਦਾ ਰੇਟ A3, N1 A1 ਪਲੱਸ N2 A2 ਪਲੱਸ N3 A3 ਪਲੱਸ N4 A4 ਬਰਾਬਰ ਹੈ N1 ਪਲੱਸ N2 ਪਲੱਸ N3 ਪਲੱਸ N4, ਸਭ ਦੀ ਗਿਣਤੀ ਬ੍ਰੈਕਟ ਦੇ ਬਾਹਰ ਸਭ ਦੀ ਔਸਤ। ਪੱਲੇ ਪੈ ਗਈ ਗੱਲ? ਜੇ ਤੁਹਾਨੂੰ ਕੋਈ ਇਹ ਕਹਿ ਦੇ ਕਿ ਜੀ ਇੱਕ ਪ੍ਰਕਾਰ ਵਾਲੇ 12000 ਸੀਗੇ ਗੁਣਾ 7 84, ਦੂਜੇ ਸੀ 14 ਗੁਣਾ 6 96000, ਟੋਟਲ ਕਿੰਨੇ ਸੀ ਆਪਣੇ ਕੋਲ 14 ਤੇ 7 21 ਗੁਣਾ ਐਵਰੇਜ, ਵਾਹੀ ਹੈ। ਇਹ ਇੱਕ ਪਾਸੇ ਆਪਣੇ ਕੋਲ 12 ਗੁਣਾ 7, 12 7 ਕਿੰਨਾ ਸੀਗਾ? ਨਹੀਂ 12 7 84, 12 × 7 84000, 14 × 6 96, ਸਹੀ ਆ। 12 7 ਕਿੰਨਾ ਆਊਗਾ? ਤੇ 14 × 6 ਅੱਛਾ, ਦੂਜੇ ਪਾਸੇ 84 ਹੀ ਆਊਗਾ, ਇੱਥੇ ਵੀ ਸੌਰੀ ਮੈਨੂੰ 96 ਲੱਗੀ ਗਿਆ ਮੈਨੂੰ ਇਹਦਾ, ਠੀਕ ਆ। ਆ 96 84 ਆ ਗਿਆ, ਤਾਂ ਦੱਸੋਗੇ ਇਹਨੂੰ 21 ਨਾਲ ਡਿਵਾਈਡ ਕਰਨ ਤੋਂ ਬਾਅਦ ਕਿੰਨਾ ਆਊਗਾ ਆਪਣੇ ਕੋਲ? 84 ਪਲੱਸ 84 ਨੂੰ ਦੋਵਾਂ ਨੂੰ ਕੀਤਾ, ਇਹ ਆ ਗਿਆ 168, 168 ਨੂੰ 21 ਨਾਲ ਡਿਵਾਈਡ ਕਰਕੇ ਕਿੰਨਾ ਆਊਗਾ? 168, 1,68,000 ਰੁਪਈਆ ਹੈ। ਇਹਨੂੰ 21 ਨਾਲ ਡਿਵਾਈਡ ਕਰੋ, ਦੇਖੋ 8000 ਆ ਰਿਹਾ ਹੈ, ਕਿੰਨਾ ਆ ਰਿਹਾ ਹੈ? ਆ ਲਓ ਜੀ, ਸਭ ਦੀ ਐਵਰੇਜ ਸੈਲਰੀ ਕਿੰਨੀ ਆ ਗਈ ਆਪਣੇ ਕੋਲ? 8000। ਇਹੀ ਆਇਆ, ਸਭ ਦੀ ਐਵਰੇਜ ਸੈਲਰੀ ਕਿੰਨੀ ਆ ਗਈ? 8000। ਸਮਝ ਆ ਗਈ ਸਾਰਿਆਂ ਨੂੰ? ਚੱਲੀਏ ਆਪਾਂ ਅੱਗੇ, ਆ ਜਾਓ ਵੀ ਪਲੀਜ਼। ਸਾਨੂੰ ਕਿਸੇ ਨੇ ਕਹਿਤਾ ਕਿ 12000 ਰੁਪਈਆ ਸੈਲਰੀ ਦੇ 6 ਮੁਲਾਜ਼ਮ, ਕਿੰਨੇ ਸੀ ਆਪਣੇ? 6 ਸੀ ਕਿ 7 ਸੀਗੇ? 12000 ਸੈਲਰੀ ਤੇ 7 ਮੁਲਾਜ਼ਮ ਕੰਮ ਕਰ ਰਹੇ ਆ। 6000 ਦੀ ਸੈਲਰੀ ਤੇ ਦੱਸੋ ਕਿੰਨੇ ਮੁਲਾਜ਼ਮ ਕੰਮ ਕਰਨਗੇ ਤਾਂ ਜੋ ਸਾਰਿਆਂ ਦੀ ਔਸਤ ਸੈਲਰੀ ਕਿੰਨੀ ਹੋਵੇ? 8000, ਤਾਂ ਕਿ ਸਾਰਿਆਂ ਦੀ ਔਸਤ ਸੈਲਰੀ ਕਿੰਨੀ ਹੋ ਜੇ? 8000। ਘਬਰਾਉਣ ਦੀ ਲੋੜ ਆ ਹੁਣ? ਪਹਿਲੇ ਟਾਈਪ ਦੇ ਮੁਲਾਜ਼ਮਾਂ ਦੀ ਸੈਲਰੀ ਗੁਣਾ ਉਹਨਾਂ ਦੀ ਗਿਣਤੀ, ਦੂਜੇ ਪ੍ਰਕਾਰ ਦੇ ਮੁਲਾਜ਼ਮਾਂ ਦੀ ਸੈਲਰੀ ਗੁਣਾ ਉਹਨਾਂ ਦੀ ਗਿਣਤੀ, ਨਹੀਂ ਪਤਾ? x ਬਰਾਬਰ ਹੈ ਦੋਵੇਂ ਪ੍ਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ। ਗਿਣਤੀ ਲਿਖਦੇ ਨਾ ਪਹਿਲਾਂ ਆਪਾਂ, ਗਿਣਤੀ ਕਿੰਨੀ ਆ? ਇੱਕ ਪ੍ਰਕਾਰ ਦੇ x ਆ, ਇੱਕ ਪ੍ਰਕਾਰ ਦੇ ਕਿੰਨੇ ਆ ਉਹ? 7 ਇੰਟੂ ਐਵਰੇਜ, ਐਵਰੇਜ ਕਿੰਨੀ ਆ? 8000। ਮੈਂ ਹਾਂਜੀ ਕਿਹਦੇ ਚ? ਨਾ ਨਾ ਦੇਖੋ, ਕਿਉਂ? ਮੈਂ ਇੱਕ ਫਾਰਮੂਲੇ ਦੇ ਹਿਸਾਬ ਨਾਲ ਚੱਲ ਰਿਹਾ, ਮੈਂ ਤੇ ਆ ਫਾਰਮੂਲਾ ਲਾ ਰਿਹਾ। ਨਹੀਂ ਨਹੀਂ, ਤੁਸੀਂ ਉਹਨੂੰ ਛੱਡੋ, ਆਪਾਂ ਆਪਣਾ ਇੱਕ ਕਨਸੈਪਟ ਕਰ ਰਹੇ ਹਾਂ। ਸਾਨੂੰ ਕਿਸੇ ਨੇ ਇਹ ਸਵਾਲ ਪਾਇਆ, ਆਪਾਂ ਆਪਣੇ ਸਵਾਲ ਤੇ ਜਾ ਰਹੇ ਹਾਂ। ਸਾਨੂੰ ਕਿਸੇ ਨੇ ਕਹਿਤਾ ਕਿ ਪਹਿਲੇ ਟਾਈਪ ਦੇ ਮੁਲਾਜ਼ਮ ਇੰਟੂ ਉਹਨਾਂ ਦੀ ਗਿਣਤੀ, ਦੂਜੇ ਟਾਈਪ ਦੇ ਮੁਲਾਜ਼ਮ ਇੰਟੂ ਉਹਨਾਂ ਦੀ ਗਿਣਤੀ। ਪਹਿਲੇ ਟਾਈਪ ਦੇ ਮੁਲਾਜ਼ਮਾਂ ਦੀ ਤਨਖਾਹ ਕਿੰਨੀ ਸੀਗੀ? 12000 ਸੀਗੀ। 12000 ਇੰਟੂ ਉਹਨਾਂ ਦੀ ਗਿਣਤੀ, ਦੂਜੇ ਟਾਈਪ ਦੇ ਮੁਲਾਜ਼ਮ ਇੰਟੂ ਉਹਨਾਂ ਦੀ ਗਿਣਤੀ, ਜੇ ਤੀਸਰੇ ਟਾਈਪ ਦੇ ਹੁੰਦੇ ਉਹ ਇੰਟੂ ਉਹਨਾਂ ਦੀ ਗਿਣਤੀ, ਬਰਾਬਰ ਹੈ ਸਾਰਿਆਂ ਦੀ ਟੋਟਲ ਗਿਣਤੀ ਇੰਟੂ ਐਵਰੇਜ ਸੈਲਰੀ। ਬਸ ਆਪਾਂ ਇਹੀ ਕਰਨਾ ਹੈ, ਇੱਥੇ ਸਟਿਕ ਰਹਿਣਾ ਹੈ। ਇੱਥੋਂ ਅਸੀਂ ਇਹ ਪਤਾ ਕਰਨਾ ਕਿ x ਦੀ ਵੈਲਿਊ ਕਿੰਨੀ ਹੈ, ਕਿ ਉਸ ਟਾਈਪ ਦੇ ਮੁਲਾਜ਼ਮ ਕਿੰਨੇ ਆ। ਦੱਸੋ, ਆ ਆਪਣੇ ਕੋਲ ਇਹ ਤਾਂ ਮੈਥ ਦੀਆਂ ਕੈਲਕੂਲੇਸ਼ਨਸ ਨੇ। ਇਹ ਆ ਗਿਆ 84000, ਇੱਥੋਂ ਆ ਗਿਆ ਆਪਣੇ ਕੋਲ 6000 ਗੁਣਾ x ਬਰਾਬਰ ਹੈ, ਪਹਿਲਾਂ 8000 ਨੂੰ x ਨਾਲ ਗੁਣਾ ਕੀਤਾ, ਇਹ ਆ ਗਿਆ 8000 ਗੁਣਾ x, ਫਿਰ 8 ਨੂੰ 7 ਨਾਲ ਕੀਤਾ, ਇਹ ਆ ਗਿਆ ਆਪਣੇ ਕੋਲ 56000। ਸ਼ਾਰਟਕਟ ਦੱਸ ਰਿਹਾ ਮੈਂ ਤੁਹਾਨੂੰ, ਪਰ ਇਹ ਸ਼ਾਰਟਕਟ ਨਹੀਂਗਾ, ਪੱਲੇ ਬੰਨ ਲਓ। ਪਹਿਲਾਂ ਪੂਰੇ ਦਾ ਪੂਰਾ ਕਨਸੈਪਟ ਸਮਝਾਇਆ ਗਿਆ ਹੈ ਕਿ ਇਹ ਸ਼ਾਰਟਕਟ ਬਣਿਆ ਕਿਵੇਂ ਆ, ਤਾਂ ਕਿ ਤੁਹਾਡੇ ਦਿਮਾਗ 'ਚ ਇਹ ਗੱਲ ਨਾ ਆ ਜੇ ਕਿ ਆਪਾਂ ਕੋਈ ਸ਼ਾਰਟਕਟ ਦਾ ਸਹਾਰਾ ਲੈ ਕੇ ਚੱਲ ਰਹੇ ਆ। x ਵਾਲੇ ਇੱਕ ਪਾਸੇ ਇਕੱਠੇ ਕਰ ਲਓ, ਇਹ ਆ ਗਿਆ 6000x, ਇਹ ਪਰਲੇ ਪਾਸੇ ਗਿਆ 8000x ਚੋਂ ਜਦੋਂ 6000x ਕੱਟਿਆ ਤਾਂ ਕਿੰਨਾ ਆ ਗਿਆ? 2000x। 55000 ਇੱਧਰ ਆ ਗਿਆ। 84000 ਚੋਂ ਜਦੋਂ ਇੱਕ ਵਾਰ 55000 ਘਟਾਇਆ ਤਾਂ ਕਿੰਨਾ ਬਣਿਆ? 84000 ਚੋਂ 55000 ਘਟਾਓ, ਕਿੰਨਾ ਬਣਿਆ? ਜਲਦੀ ਘਟਾਓ। 28 x ਬਰਾਬਰ ਹੈ 2000 ਨੂੰ 28000 ਦੇ ਨਾਲ ਡਿਵਾਈਡ ਕੀਤਾ ਤਾਂ ਕਿੰਨਾ ਬਣਿਆ?
14। ਇਹਦਾ ਮਤਲਬ ਉਸ ਪ੍ਰਕਾਰ ਦੇ ਕਿੰਨੇ ਮੁਲਾਜ਼ਮ ਸੀਗੇ 14। ਜਿਹੜੇ ਦੂਜੇ ਟਾਈਪ ਦੇ ਮੁਲਾਜ਼ਮ ਕਿੰਨੇ ਸੀਗੇ 14। ਪਹਿਲੇ ਟਾਈਪ ਦੇ ਮੁਲਾਜ਼ਮ ਕਿੰਨੇ ਸੀਗੇ 7। ਤੇ ਜੇ ਪੇਪਰ 'ਚ ਇਹ ਪੁੱਛ ਲੈਂਦਾ ਕਿ ਕੁੱਲ ਮੁਲਾਜ਼ਮ ਕਿੰਨੇ ਸੀ ਤਾਂ ਫਿਰ ਕਿੰਨਾ ਆਨਸਰ ਆ ਜਾਂਦਾ 21। ਚੈੱਕ ਕਰੀਏ ਸਵਾਲ ਕੀ ਆ। ਆ ਲਓ ਜੀ, ਹੁਣ ਨਾ ਮੈਨੂੰ ਕਹਿ ਦਿਓ ਕਿ ਸਵਾਲ ਕਿਉਂ ਕਰਾਤਾ। ਐਵਰੇਜ ਸੈਲਰੀ ਹੈ ਜੀ 8000। ਕਹਿੰਦੇ 7 ਜਾਣੇ ਤਾਂ ਉਹ ਆ ਜਿਹੜੇ 12000 ਸੈਲਰੀ ਲੈ ਰਹੇ ਆ, ਤੇ ਐਵਰੇਜ ਸੈਲਰੀ ਰੈਸਟ ਦੀ ਹੈਗੀ ਆ 6000। ਰੈਸਟ ਦੀ ਹੈਗੀ ਆ ਕਿੰਨੀ, ਬਚੇ ਬਾਕੀਆਂ ਦੀ ਐਵਰੇਜ ਸੈਲਰੀ ਕਿੰਨੀ ਆ 6000। ਦੱਸੋ ਟੋਟਲ ਮੁਲਾਜ਼ਮ ਕਿੰਨੇ ਕੰਮ ਕਰ ਰਹੇ ਆ। ਐਵਰੇਜ ਸੈਲਰੀ ਆਫ ਰੈਸਟ ਇਜ਼, ਅੱਛਾ ਸਾਰਿਆਂ ਦੀ ਐਵਰੇਜ ਸੈਲਰੀ 8000 ਆ। 12000 ਦੀ ਸੈਲਰੀ ਤੇ ਕੰਮ ਕਰਨ ਵਾਲੇ 7 ਜਣੇ ਲਿਖਿਆ ਹੋਇਆ, ਤੇ ਬਚੇ ਹੋਏ ਕਿੰਨੇ ਸੈਲਰੀ ਤੇ ਕੰਮ ਕਰ ਰਹੇ ਆ 6000 ਤੇ। ਇਹਨਾਂ ਦੀ ਗਿਣਤੀ ਕਿੰਨੀ ਆ x। ਫਿਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੀ 6000 ਦੀ ਸੈਲਰੀ ਤੇ ਗਿਣਤੀ ਕੰਮ ਕਰਨ ਵਾਲਿਆਂ ਦੀ ਗਿਣਤੀ ਦੱਸੋ। ਕਹਿੰਦਾ ਕਿੰਨੇ ਬੰਦੇ ਕੁੱਲ ਵਰਕਸ਼ਾਪ 'ਚ ਕੰਮ ਕਰ ਰਹੇ ਆ। ਤੁਸੀਂ x ਕੱਢਿਆ ਸੀ ਇਸ ਸਵਾਲ ਦਾ, x ਕਿੰਨਾ ਆਇਆ ਸੀ ਤੁਹਾਡੇ ਕੋਲ 14। ਤੇ ਤੁਹਾਡਾ ਜਵਾਬ ਇੱਥੋਂ ਕਿੰਨਾ ਆਊਗਾ, ਤੁਹਾਡਾ ਜਵਾਬ ਕਿੰਨਾ ਆਊਗਾ ਆਪਣੇ ਕੋਲ, ਸੌਰੀ ਜਵਾਬ ਕਿੰਨਾ ਆਊਗਾ ਆਪਣੇ ਕੋਲ 21। ਸਮਝ ਆ ਗਈ ਗੱਲ। ਇਟ ਮੀਨਸ ਇਸ ਟਾਈਪ ਦਾ ਸਵਾਲ ਕਦੇ ਵੀ ਪੇਪਰ 'ਚ ਆ ਜੇ ਤਾਂ ਤੁਸੀਂ ਆਪਣੇ ਆਪ 'ਚ ਕਨਫਿਊਜ਼ ਹੋਣ ਦੀ ਗਲਤੀ ਬਿਲਕੁਲ ਵੀ ਨਾ ਕਰਿਓ। ਕਿਵੇਂ ਭਲਾ ਸਾਨੂੰ ਪੇਪਰ 'ਚ ਇਹ ਸਵਾਲ ਹੋਰ ਕਿਵੇਂ ਆ ਸਕਦਾ ਹੈ। ਸਾਨੂੰ ਕਿਸੇ ਨੇ ਕਹਿਤਾ ਕਿ ਸ਼ਾਪਿੰਗ ਕਰਨ ਗਏ, ਠੀਕ ਆ, ਤੁਸੀਂ 7 ਆਈਟਮਸ ਖਰੀਦੀਆਂ 80 ਰੁਪਏ ਦੇ ਹਿਸਾਬ ਨਾਲ। ਕਿੰਨੇ ਰੁਪਏ ਦੇ ਹਿਸਾਬ ਨਾਲ 7 ਆਈਟਮਸ ਤੁਸੀਂ 80 ਰੁਪਏ ਦੇ ਹਿਸਾਬ ਨਾਲ ਖਰੀਦੀਆਂ, ਠੀਕ ਆ। ਕਹਿੰਦਾ 14 ਆਈਟਮਸ ਤੁਸੀਂ ਦੂਜੇ ਪ੍ਰਕਾਰ ਦੀਆਂ ਖਰੀਦੀਆਂ। ਦੱਸੋ 7 ਆਈਟਮਸ ਤੁਸੀਂ ਖਰੀਦੀਆਂ 60 ਰੁਪਏ ਦੇ ਹਿਸਾਬ ਨਾਲ। ਕਿੰਨੇ ਰੁਪਏ ਦੇ ਹਿਸਾਬ ਨਾਲ 60 ਰੁਪਏ ਦੇ ਹਿਸਾਬ ਨਾਲ। ਤੁਸੀਂ 14 ਆਈਟਮਸ ਕਿੰਨੇ ਰੁਪਏ ਦੇ ਹਿਸਾਬ ਨਾਲ ਖਰੀਦੀਆਂ ਹੋਣਗੀਆਂ ਕਿ ਐਵਰੇਜ, ਠੀਕ ਆ। 14 ਆਈਟਮਸ ਕਿੰਨੇ ਰੁਪਏ ਦੇ ਹਿਸਾਬ ਨਾਲ ਖਰੀਦੀਆਂ ਹੋਣਗੀਆਂ ਕਿ ਐਵਰੇਜ ਤੁਹਾਨੂੰ ਕੱਲੀ ਆਈਟਮ ਦੀ ਕਾਸਟ 80 ਰੁਪਏ ਪਈ ਹੈ। ਤਾਂ ਕਨਫਿਊਜ਼ ਹੋਣ ਦੀ ਲੋੜ ਹੀ ਨਹੀਂ। 7 ਆਈਟਮਸ ਇੱਕ ਪ੍ਰਕਾਰ ਦੀਆਂ ਆਈਟਮਸ ਦੀ ਐਵਰੇਜ ਕਾਸਟ ਕਿੰਨੀ ਆ 60। ਦੂਜੇ ਪ੍ਰਕਾਰ ਦੀਆਂ 14 ਆਈਟਮਸ ਨੇ, ਉਹਨਾਂ ਦੀ ਐਵਰੇਜ ਕਾਸਟ ਕਿੰਨੀ ਆ ਜੀ x। ਕੁੱਲ ਟਾਈਪ ਦੀਆਂ ਆਈਟਮਸ ਕਿੰਨੀਆਂ ਨੇ 7 + 14 ਕਿੰਨੀਆਂ ਨੇ 21, ਤੇ ਉਹਨਾਂ ਦੀ ਐਵਰੇਜ ਕਾਸਟ ਕਿੰਨੀ ਆ 80। ਸਮਝ ਆ ਗਈ ਗੱਲ। ਉਹੀ ਸਵਾਲ ਆ, ਕੋਈ ਕਦੀ ਇੱਕ ਚੀਜ਼ ਪੁੱਛ ਲੈਂਦੇ ਆ, ਕਦੀ ਦੂਜੀ ਚੀਜ਼ ਪੁੱਛ ਲੈਂਦੇ ਆ। ਇਹ ਆ ਗਿਆ 14 ਗੁਣਾ x ਬਰਾਬਰ ਹੈ 80। ਇਹ ਆਪਣੇ ਕੋਲ ਆ ਗਿਆ 1680 ਮਾਈਨਸ 7 42। ਆਹੀ ਆ। ਇਹਨੂੰ ਇੱਧਰ ਲੈ ਗਏ ਸੀ ਆਪਾਂ 0 6 1260 ਬਰਾਬਰ ਹੈ 14x। ਪਲੀਜ਼ ਇਹਨੂੰ ਇਹਦੇ ਨਾਲ ਡਿਵਾਈਡ ਕਰਕੇ ਦੇਖਿਓ, ਸ਼ਾਇਦ ਆਪਣੇ ਕੋਲ ਇਹਦਾ ਆਨਸਰ ਬਣਦਾ ਹੋਵੇ। ਕਿੰਨਾ ਆਨਸਰ ਆਊਗਾ ਆਪਣੇ ਕੋਲ ਕਿੰਨਾ 90। ਪਤਾ ਨਹੀਂ ਸਹੀ ਹੈ ਕੈਲਕੂਲੇਸ਼ਨ ਕਿ ਗਲਤ ਆ, ਬਸ ਤੁਸੀਂ ਚੈੱਕ ਕਰਨਾ ਹੈ। ਸਵਾਲ ਸਮਝ ਆ ਗਿਆ। ਇਟ ਮੀਨਸ ਹੁਣ ਤੁਸੀਂ ਮੈਨੂੰ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਇਸ ਚੋਂ ਕੋਈ ਵੀ ਸਵਾਲ ਜਿਹੜਾ ਹੈ ਉਹ ਆਪਾਂ ਨੂੰ ਇਸ ਟਾਈਪ ਦਾ ਕੋਈ ਸਵਾਲ ਪੇਪਰ 'ਚ ਆਵੇ ਤੇ ਅਸੀਂ ਕਨਫਿਊਜ਼ ਹੋ ਜਾਈਏ। ਚੱਲੀਏ ਜੀ ਆਪਾਂ ਅੱਗੇ। ਇਸ ਸਵਾਲ ਤੋਂ ਲੈ ਕੇ ਕਿਸੇ ਨੂੰ ਕੋਈ ਡਾਊਟ ਨੈਕਸਟ ਹੁਣ ਆ ਜਾਓ ਅੱਗੇ। ਹਾਂਜੀ ਅਗਲੇ ਸਵਾਲ ਤੇ ਆ ਜਾਓ। ਅਸੀਂ ਅਗਲੇ ਸਵਾਲ ਦਾ ਹੱਲ ਕਰਨਾ ਹੈ ਹੁਣ। ਪਲੀਜ਼ ਗੌਰ ਕਰਿਓ, ਬੜੇ ਖਾਸ ਸਵਾਲ ਨੇ ਆਪਣੇ ਤੇ ਬੜੇ ਇੰਪੋਰਟੈਂਟ ਸਵਾਲ ਨੇ। ਅਸੀਂ ਕਿਸੇ ਤਰੀਕੇ ਨਾਲ ਵੀ ਇਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ, ਠੀਕ ਆ ਜੀ। ਆਓ ਹੁਣ ਪਲੀਜ਼ ਗੌਰ ਕਰਿਓ। ਕਹਿੰਦੇ 3 ਨੰਬਰ ਨੇ ਆਫ ਦੀ 3 ਨੰਬਰਸ। ਤਿੰਨਾਂ ਸੰਖਿਆਵਾਂ ਵਿੱਚੋਂ ਪਹਿਲਾ ਦੂਜੇ ਤੋਂ ਦੁੱਗਣਾ ਹੈ ਤੇ ਦੂਜਾ ਤੀਸਰੇ ਤੋਂ ਦੁੱਗਣਾ ਹੈ। ਪਹਿਲਾ ਦੂਜੇ ਤੋਂ ਦੁੱਗਣਾ ਹੈ ਤੇ ਦੂਸਰਾ ਤੀਸਰੇ ਤੋਂ ਦੁੱਗਣਾ ਹੈ। ਕਈ ਵਾਰੀ ਪੇਪਰ 'ਚ ਐਵੇਂ ਆ ਜਾਂਦਾ ਹੈ, ਠੀਕ ਆ। ਸੁਣੋ ਮੇਰੀ ਗੱਲ, ਕਿਸੇ ਨੇ ਆ ਨਹੀਂ ਕਰਨਾ ਫਸਟ ਇਜ਼ ਟਵਾਈਸ ਦੀ ਸੈਕਿੰਡ ਐਂਡ ਸੈਕਿੰਡ ਇਜ਼ ਥਰਾਈਸ ਦੀ ਥਰਡ। ਤੁਸੀਂ ਮੈਨੂੰ ਇਸ ਲਾਈਨ ਦਾ ਮਤਲਬ ਦੱਸੋ। फर्स्ट इज ट्वाइस दी सेकंड एंड ट्वाइस इज सेकंड इज थराइस दी थर्ड। पहला दूजे तो दुगना है ते दूजा तीजे तो तिगना है। दूजा तीजे तो तिगना है। ਇਹਦਾ ਕੀ ਮਤਲਬ ਆ 3 ਨੰਬਰ ਨੇ। ਸੁਣੋ ਮੇਰੀ ਗੱਲ, 1 ਨੰਬਰ ਫਸਟ ਆ, 1 ਸੈਕਿੰਡ ਆ, 1 ਥਰਡ ਆ। ਪਹਿਲਾ ਦੂਜੇ ਤੋਂ ਦੁੱਗਣਾ ਹੈ ਪਲੀਜ਼, ਤੇ ਦੂਜਾ ਤੀਜੇ ਤੋਂ ਕੀ ਆ ਤਿੱਗਣਾ। ਸਭ ਤੋਂ ਪਹਿਲਾਂ ਤੁਸੀਂ ਤੀਜੇ ਨੰਬਰ ਨੂੰ ਮੰਨ ਲਓ x ਆ। ਦੂਜਾ ਤੀਜੇ ਤੋਂ ਕੀ ਆ ਤਿੱਗਣਾ। 3 ਗੁਣਾ ਤਿੱਗਣਾ ਮਤਲਬ 3 ਗੁਣਾ 3 ਟਾਈਮਸ। 3 ਜੇ ਲਿਖਿਆ ਹੁੰਦਾ ਨਾ 3 ਜ਼ਿਆਦਾ ਹੈ ਤਾਂ x 'ਚ 3 ਜੋੜ ਦਿੰਦੇ ਕਿ x + 3 ਆ, ਪਰ ਉਹਨਾਂ ਨੇ ਕਿਹਾ 3 ਜ਼ਿਆਦਾ ਨਹੀਂ 3 ਗੁਣਾ ਹੈ
ਤਾਂ ਤੀਜੇ ਨੰਬਰ ਨੂੰ ਤਿੱਗਣਾ ਕਰ ਦੋ, ਤੀਜੇ ਨੰਬਰ ਤੋਂ ਤਿੱਗਣਾ ਹੈ ਦੂਜਾ ਨੰਬਰ, ਤੇ ਪਹਿਲਾ ਨੰਬਰ ਦੂਜੇ ਤੋਂ ਕੀ ਆ ਦੁੱਗਣਾ। ਬਈ 3x ਦਾ ਵੀ ਦੁੱਗਣਾ ਕਰ ਦੋ, ਕਿੰਨਾ ਆ ਗਿਆ 6x। ਤੁਸੀਂ ਇਹ ਤਿੰਨੇ ਨੰਬਰ ਪਤਾ ਕਰ ਲਏ, ਪਰ ਇਹ ਸਵਾਲ ਆਪਣਾ ਹੈ ਹੀ ਨਹੀਂ, ਮੈਂ ਤਾਂ ਤੁਹਾਨੂੰ ਸਿਰਫ ਔਖਾ ਕਰਨ ਵਾਸਤੇ ਸਵਾਲ ਦੱਸਿਆ ਸੀਗਾ ਕਿ ਹਾਂ ਐਵੇਂ ਦਾ ਵੀ ਆ ਸਕਦਾ ਹੈ। ਸਾਡੇ ਕੋਲ 3 ਨੰਬਰ ਆ, ਪਹਿਲਾ ਦੂਜੇ ਤੋਂ ਦੁੱਗਣਾ, ਦੂਜਾ ਤੀਜੇ ਤੋਂ ਦੁੱਗਣਾ। ਸਭ ਤੋਂ ਪਹਿਲਾਂ ਮੈਂ ਤੀਜਾ ਨੰਬਰ ਲਿਖੂੰਗਾ x, ਦੂਜਾ ਨੰਬਰ ਉਸ ਤੋਂ ਦੁੱਗਣਾ ਹੈ 2x, ਪਹਿਲਾ ਉਸ ਤੋਂ ਵੀ ਦੁੱਗਣਾ ਹੈ 4 ਗੁਣਾ x। ਦੁੱਗਣੇ ਦਾ ਮਤਲਬ ਹੁੰਦਾ 2 ਗੁਣਾ ਕਰ ਦੋ, 2 ਜ਼ਿਆਦਾ ਹੈ ਮਤਲਬ 2 ਜੋੜ ਦੋ। ਜੇ ਕੋਈ ਇੱਕ ਨੰਬਰ ਦੂਜੇ ਤੋਂ 2 ਜ਼ਿਆਦਾ ਹੈ, ਇਟ ਮੀਨਸ ਜੇ ਇੱਕ ਨੰਬਰ x ਆ ਦੂਜਾ x + 2 ਆ। ਜੇ ਇੱਕ ਨੰਬਰ ਦੂਜੇ ਤੋਂ ਦੁੱਗਣਾ ਹੈ ਤਾਂ ਇੱਕ ਨੰਬਰ x ਆ ਤੇ ਦੂਜਾ 2 × x ਆ। ਪੱਲੇ ਪੈ ਗਈ ਗੱਲ। ਫਿਰ ਕਹਿੰਦਾ ਇਹਨਾਂ ਤਿੰਨਾਂ ਨੰਬਰਾਂ ਦੀ ਐਵਰੇਜ ਨਹੀਂ ਕੱਢਣੀ, ਇਹਨਾਂ ਦੇ ਪਰਸਪਰ ਕੱਢੋ। ਕੀ ਕੱਢੋ? ਇਹਨਾਂ ਦੇ ਪਰਸਪਰ ਮਤਲਬ ਰੈਸੀਪ੍ਰੋਕਲ। ਆ ਚੱਕੋ ਜੀ, ਇੱਕ ਦਾ ਰੈਸੀਪ੍ਰੋਕਲ ਆ, ਇਹਦਾ ਰੈਸੀਪ੍ਰੋਕਲ ਆ ਤੇ ਇਹਦਾ ਰੈਸੀਪ੍ਰੋਕਲ ਆ, ਕੱਢਤਾ। ਕਹਿੰਦਾ ਤਿੰਨਾਂ ਦੇ ਰੈਸੀਪ੍ਰੋਕਲ ਦੀ ਐਵਰੇਜ ਕੱਢੋ। ਤਿੰਨਾਂ ਦੇ ਰੈਸੀਪ੍ਰੋਕਲ ਕੱਢ ਲਏ, ਫਿਰ ਇਹਨਾਂ ਦੀ ਐਵਰੇਜ ਕੱਢਣ ਦਾ ਮਤਲਬ ਹੁੰਦਾ ਇਹਨਾਂ ਦੀ ਔਸਤ ਕੱਢੋ ਕਿ ਇਹਨਾਂ ਤਿੰਨਾਂ ਦੇ ਰੈਸੀਪ੍ਰੋਕਲ ਨੂੰ ਕੱਢੋ, ਉਹਨਾਂ ਨੂੰ ਜੋੜ ਕੇ 3 ਨਾਲ ਭਾਗ ਕਰਕੇ ਕਿਹਦੇ ਬਰਾਬਰ ਲਿਖ ਦਿਓ 7/72 ਦੇ ਬਰਾਬਰ। ਐਵਰੇਜ ਇਹਦੀ 7/72 ਆ। ਆ 3 ਪਰਲੇ ਪਾਸੇ ਜਾ ਕੇ ਗੁਣਾ ਹੋ ਗਿਆ, ਇਹ ਬਣ ਗਿਆ 1/4x + 1/2x + 1/x ਬਰਾਬਰ ਹੈ। ਗੌਰ ਕਰਿਓ, ਆ 3 ਪਰਲੇ ਪਾਸੇ ਜਾ ਕੇ 7 ਨਾਲ ਗੁਣਾ ਹੋ ਜਾਊਗਾ। ਤਾਂ ਦੱਸੋਗੇ ਜੇ ਮੈਂ 7/72 ਨਾਲ ਪਰਲੇ ਪਾਸੇ ਜਾ ਕੇ 3 ਗੁਣਾ ਕਰਦਾ ਤਾਂ ਆ 3 72 ਨੂੰ ਕੱਟੂਗਾ ਨਾ, ਤਾਂ 72 ਨੂੰ ਕੱਟ ਕੇ ਲਿਖ ਦੂਗਾ 7/24। ਉਹ ਪੱਲੇ ਪੈ ਗਈ ਸਾਰਿਆਂ ਨੂੰ। ਡਿਨੋਮੀਨੇਟਰ 'ਚ 4x ਆ, 2x ਆ ਤੇ x ਆ। ਤੁਹਾਨੂੰ ਪਤਾ ਡਿਨੋਮੀਨੇਟਰ 'ਚ ਹਰ ਦੇ ਵਿੱਚ ਕੋਈ ਵੀ ਹੋਵੇ ਚੁੱਪ ਕਰਕੇ ਉਹਦਾ ਐਲਸੀਐਮ ਲੈ ਲਈਦਾ। ਸਭ ਤੋਂ ਪਹਿਲਾਂ x ਦੇ ਟੇਬਲ ਤੇ ਕੱਟੇ ਗਏ, ਇਹ 4 ਗਿਆ, ਆ 2 ਗਿਆ, ਆ 1 ਗਿਆ। ਫਿਰ ਇਹ 2 ਤੇ ਕੱਟੇ ਗਏ, ਇਹ 2 ਗਿਆ, ਆ 1 ਗਿਆ, ਆ 1 ਗਿਆ। ਫਿਰ ਇਹ 2 ਤੇ ਕੱਟੇ ਗਏ, ਆ 1 ਗਿਆ, ਆ 1 ਗਿਆ, 1 ਗਿਆ। 2 × x 4x ਆ ਗਿਆ। ਇਹਨਾਂ ਤਿੰਨਾਂ ਦਾ ਐਲਸੀਐਮ ਆ ਗਿਆ 4x ਆ ਗਿਆ। ਪਹਿਲਾਂ ਮੈਂ 4x ਨੂੰ 4x ਨਾਲ ਡਿਵਾਈਡ ਕੀਤਾ, 1 ਜੋ ਬਚਿਆ ਉੱਪਰਲੇ 1 ਨਾਲ ਗੁਣਾ ਕਰਤਾ। ਫਿਰ ਮੈਂ 4x ਨੂੰ 2x ਨਾਲ ਡਿਵਾਈਡ ਕੀਤਾ, 2 ਜੋ ਬਚਿਆ ਉੱਪਰਲੇ 1 ਨਾਲ ਗੁਣਾ ਕਰਤਾ। ਫਿਰ ਮੈਂ 4x ਨੂੰ x ਨਾਲ ਡਿਵਾਈਡ ਕੀਤਾ, 4 ਫਿਰ ਉੱਪਰਲੇ 1 ਨਾਲ ਗੁਣਾ ਕਰਤਾ, ਬਰਾਬਰ ਹੈ 7/24। ਇਹ ਆਪਣੇ ਕੋਲ ਜੋੜ ਕੇ ਆ ਗਿਆ 7/24 ਸੌਰੀ 7/4x ਇਹ ਆ ਗਿਆ 7/4x ਬਰਾਬਰ ਹੈ 7/24। ਠੀਕ ਆ, ਆਹੀ ਹੈ। ਤਿਰਛੀ ਗੁਣਾ ਕਰ ਦੋ, 24 ਇੱਧਰ ਜਾ ਕੇ ਗੁਣਾ ਤੇ 4x ਉੱਧਰ ਜਾ ਕੇ ਗੁਣਾ। x ਨੂੰ ਪਰਲੇ ਪਾਸੇ ਰੱਖ ਕੇ ਬਾਕੀ ਸਭ ਕੁਝ ਥੱਲੇ ਡਿਵਾਈਡ ਚ ਲਿਆਓ ਤੇ x 6 ਆ ਜਾਊਗਾ। ਬੇਸਿਕ ਮੈਥ ਆ, ਮੈਂ ਤਾਂ ਕਰਾਉਣਾ ਵੀ ਨਹੀਂ ਚਾਹੁੰਦਾ ਵੈਸੇ ਤਾਂ। x 6 ਆ ਗਿਆ, ਇਹਦਾ ਮਤਲਬ ਪਤਾ ਕੀ ਆ? ਸੁਣੋ ਮੇਰੀ ਗੱਲ, ਤੁਹਾਡੇ ਆ 3 ਨੰਬਰ ਆਈ ਸੀਗੇ ਨਾ, ਇੱਕ ਨੰਬਰ ਤੁਹਾਡੇ ਕੋਲ 6 ਸੀਗਾ, ਇੱਕ ਉਸ ਦਾ ਦੁੱਗਣਾ 12 ਸੀਗਾ, ਇੱਕ ਉਸ ਦਾ ਵੀ ਦੁੱਗਣਾ 24 ਸੀਗਾ। ਉਹ 3 ਨੰਬਰ ਕਿਹੜੇ ਸੀਗੇ? 24 12 ਤੇ 6। ਉਹ 3 ਨੰਬਰ ਕਿਹੜੇ ਸੀਗੇ? 24 12 ਤੇ 6 ਤੁਹਾਡੇ ਸਾਹਮਣੇ ਆ। ਕਿਵੇਂ ਅਸੀਂ ਸਵਾਲ ਕਰਨੇ ਆ ਪੇਪਰ 'ਚ, ਸਮਝ ਆ ਗਿਆ ਗੱਲ? ਐਵਰੇਜ ਚੈਪਟਰ ਨੂੰ ਤੁਸੀਂ ਬਿਲਕੁਲ ਵੀ ਔਖਾ ਮੰਨ ਕੇ ਨਹੀਂ ਚੱਲਣਾ। ਤੁਹਾਡੇ 'ਚੋਂ ਬਹੁਤ ਜਾਣਿਆਂ ਦੇ ਜਦੋਂ ਮੈਂ ਚੈਪਟਰ ਕਰਾਇਆ ਸੀਗਾ, ਥਿਊਰੀ ਕਰਾਈ ਸੀ ਤਾਂ ਇਹ ਕੁਐਰੀ ਸੀ, ਤਾਂ ਸ਼ਾਇਦ ਮੈਂ ਮੰਨਦਾ ਵੀ ਆ ਕਿ ਉੱਥੇ ਇੱਕ ਗਲਤੀ ਸੀਗੀ। ਮੈਨੂੰ ਸਾਰੀ ਸ਼ੀਟ ਨਾਲ ਸੋਲਵ ਕਰਾਉਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਪੇਪਰ ਦੇ ਸਵਾਲ ਕਿਵੇਂ ਹੋਣੇ ਆ। ਤਾਂ ਹੁਣ ਬੇਸ਼ੱਕ ਮੈਂ ਆਪਣੀਆਂ ਸਾਰੀਆਂ ਸ਼ੀਟਸ ਦੀ ਰੀਸਟਰਕਚਰਿੰਗ ਐਵੇਂ ਕਰੂੰਗਾ ਕਿ ਸਾਰੀਆਂ ਸ਼ੀਟਸ ਕਲਾਸ 'ਚ ਕਵਰ ਕਰਾਈਆਂ ਜਾਣ। ਸ਼ੀਟਸ ਕਲਾਸ 'ਚ ਕਵਰ ਕਰਾਉਣ ਤੋਂ ਬਾਅਦ ਹੀ ਉਹਨੂੰ ਚੈਪਟਰ ਨੂੰ ਪੂਰਾ ਮੰਨਿਆ ਜਾਊਗਾ ਤੇ ਪੂਰਾ ਥੋਰੋਲੀ ਕਰਿਆ ਕਰਾਂਗੇ ਆਪਾਂ। ਠੀਕ ਆ, ਕਿ ਮੈਨੂੰ ਇਹ ਸੀ ਕਿ ਆ 2 ਦਿਨ ਲੱਗਣਗੇ, 2 ਦਿਨ ਲੱਗ ਕੇ ਜੇ ਮੈਂ ਬਾਕੀ ਮੈਥ ਦਾ ਥੋੜਾ ਜਿਹਾ ਰੋਕ ਕੇ ਇੱਕ ਪੁਰਾਣਾ ਚੈਪਟਰ ਕੀ ਐਵਰੇਜ ਹੋਇਆ ਹੈ ਕਿ ਇਹਨੂੰ ਕੰਪਲੀਟ ਹੀ ਕਰ ਦਈਏ, ਤਾਂ ਜਿੰਨੇ ਵੀ ਇਹਦੇ ਸਵਾਲ ਆ ਸਾਰੇ ਆਪਾਂ ਸੋਲਵ ਕਰ ਲੈਣੇ ਆ। ਐਵਰੇਜ ਆਫ ਗਰੁੱਪ ਆਫ ਪਰਸਨਸ ਗੋਇੰਗ ਫॉर ਪਿਕਨਿਕ, ਕਿੱਡਾ ਘੈਂਟ ਸਵਾਲ ਆ ਕਿ ਇੱਕ ਗਰੁੱਪ ਪਿਕਨਿਕ ਤੇ ਗਿਆ, ਉਹਦੀ ਐਵਰੇਜ ਉਮਰ ਕਿੰਨੀ ਆ ਜੀ? 16 ਸਾਲ।
ਇੱਕ ਗਰੁੱਪ ਪਿਕਨਿਕ ਤੇ ਗਿਆ ਹੈ ਤੇ ਉਹਨਾਂ ਦੀ ਐਵਰੇਜ ਉਮਰ 16 ਸਾਲ ਆ। ਸਭ ਤੋਂ ਵੱਡੀ ਗੱਲ, ਇੱਕ ਗਰੁੱਪ ਦੇ ਵਿੱਚ 16 ਜਾਣੇ ਆ, ਨਹੀਂ ਗਰੁੱਪ ਦੀ ਐਵਰੇਜ ਉਮਰ 16 ਹੈ। ਪਹਿਲੀ ਵਾਰੀ ਇਹ ਸਵਾਲ ਆ ਗਿਆ ਕਿ ਗਰੁੱਪ ਦੇ ਵਿੱਚ ਮੈਂਬਰਾਂ ਦੀ ਗਿਣਤੀ ਨਹੀਂ ਦੱਸੀ। ਨਹੀਂ ਤਾਂ ਤੁਸੀਂ ਫੱਟ ਪਤਾ ਕੀ ਕਰਦੇ, ਪਹਿਲੇ ਵਾਲੀ ਦੀ ਉਮਰ A, ਦੂਜੇ ਵਾਲੀ ਦੀ ਉਮਰ B, ਤੀਜੇ ਵਾਲੀ ਦੀ C, ਬਸ ਬਹੁਤ ਆ। ਥੱਲੇ ਗਿਣਤੀ ਲਿਖ ਲੈਂਦੇ ਹੋ ਕਿ ਅੱਛਾ 15 ਜਾਣੇ ਗਏ ਆ ਗਰੁੱਪ 'ਚ ਤਾਂ 15 ਨਾਲ ਡਿਵਾਈਡ, 20 ਜਾਣੇ ਆ 20 ਨਾਲ ਡਿਵਾਈਡ। ਪਰ ਪਹਿਲੀ ਵਾਰ ਹੋਇਆ ਕਿ ਸਾਨੂੰ ਪਤਾ ਹੀ ਨਹੀਂ ਕਿ ਉਹ ਕਿੰਨੇ ਜਾਣੇ ਗਏ ਆ। ਪਹਿਲੀ ਵਾਰ ਤੁਹਾਨੂੰ 605 'ਚ ਪੈਣਾ ਪੈ ਗਿਆ ਕਿ X ਜਾਣੇ ਗਏ ਆ ਤੇ ਇਹਨਾਂ X ਬੰਦਿਆਂ ਦੀ ਐਵਰੇਜ ਉਮਰ ਕਿੰਨੀ ਆ ਜੀ 16 ਸਾਲ। ਪਹਿਲੀ ਵਾਰ ਤੁਹਾਨੂੰ ਇਸ ਚੀਜ਼ ਨੂੰ ਥੋੜਾ ਜਿਹਾ A plus B plus C up to X, ਮਤਲਬ ਕਿ ਪਹਿਲੀ ਵਾਰ ਹੋਇਆ ਕਿ ਸਾਨੂੰ ਇਹੀ ਨਹੀਂ ਪਤਾ ਲੱਗਿਆ ਕਿ ਬੰਦਿਆਂ ਦੀ ਗਿਣਤੀ ਕਿੰਨੀ ਆ। 20 ਨਵੇਂ ਬੰਦੇ ਜਿਨ੍ਹਾਂ ਦੀ ਐਵਰੇਜ 15 ਸਾਲ ਆ ਉਹ ਗਰੁੱਪ ਜੁਆਇਨ ਕੀਤਾ ਉਹਨਾਂ ਨੇ। 20 ਨਵੇਂ ਬੰਦੇ ਜਿਨ੍ਹਾਂ ਨੇ 20 ਨਵੇਂ ਬੰਦੇ ਆ ਜਿਨ੍ਹਾਂ ਦੀ ਉਮਰ 15 ਸਾਲ ਆ ਉਹਨਾਂ ਨੇ ਗਰੁੱਪ ਜੁਆਇਨ ਕੀਤਾ ਤੇ ਐਵਰੇਜ ਏਜ 15.5 ਹੋ ਗਈ। ਪੇਪਰ 'ਚ ਇਹ ਵੀ ਕਹਿ ਸਕਦੇ ਸੀ ਕਿ ਐਵਰੇਜ ਏਜ 0.5 ਘਟ ਗਈ ਤਾਂ ਵੀ ਆਨਸਰ ਆਈ ਬਣਦਾ 15.5 ਹੋ ਗਈ। ਹੁਣ ਦੇਖੋ ਕੀ ਕਹਾਣੀ ਆ, ਕਹਿੰਦਾ ਸੁਣੋ ਮੇਰੀ ਗੱਲ, ਕਹਿੰਦਾ 20 ਨਵੇਂ ਬੰਦੇ ਜਿਨ੍ਹਾਂ ਦੀ ਐਵਰੇਜ ਏਜ ਕਿੰਨੀ ਆ 15 ਸਾਲ। ਸਾਈਡ ਤੇ ਆ ਜਾਓ, 20 ਨਵੇਂ ਬੰਦੇ ਆ ਉਹਨਾਂ ਦੇ ਨਾਮ ਮੈਂ ਬਦਲਤੇ, ਉਹ ਵੱਡਾ A ਵੱਡਾ B, ਉਹ ਕਿੰਨੇ ਜਾਣੇ ਆ ਬਈ ਟੋਟਲ? ਉਹ ਟੋਟਲ ਕਿੰਨੇ ਜਾਣੇ ਆ 20 ਜਾਣੇ ਆ। ਉਹਨਾਂ ਦੀ ਐਵਰੇਜ ਉਮਰ ਕਿੰਨੀ ਆ 15 ਸਾਲ। ਕਹਿੰਦਾ ਜਦੋਂ ਆ ਤੇ ਆ ਸਾਰੇ ਜੁੜ ਗਏ ਉਦੋਂ ਸਾਰਿਆਂ ਦੀ ਐਵਰੇਜ ਉਮਰ ਕਿੰਨੀ ਹੋ ਗਈ ਆ 15.5। ਪਹਿਲੇ ਕੇਸ 'ਚ ਕੁਝ ਗਰੁੱਪ ਸੀਗਾ, ਗਰੁੱਪ ਦੇ ਵਿੱਚ ਬੰਦੇ ਹੀ ਨਹੀਂ ਪਤਾ ਕਿੰਨੇ ਆ, ਬਸ ਉਹ ਬੰਦੇ ABC ਆ, ਛੋਟੇ ਨਾਮ ਉਹਨਾਂ ਦੇ। ਫਿਰ ਇੱਕ ਨਵਾਂ ਗਰੁੱਪ ਆ ਗਿਆ ਕਿਸੇ ਹੋਰ ਪਿੰਡੋਂ, ਉਸ ਗਰੁੱਪ ਦਾ ਨਾਮ ਵੱਡਾ A ਵੱਡਾ B ਵੱਡਾ C, ਉਹਨਾਂ ਦੀ ਗਿਣਤੀ ਪਤਾ ਹੈ 20 ਆ, ਉਹਨਾਂ ਦੀ ਐਵਰੇਜ ਉਮਰ ਕਿੰਨੀ ਆ 15। ਹੁਣ ਇਹ ਸਾਰੇ ਜੁੜ ਗਏ ਯਾਰ। ਸਾਰੇ ਜੁੜਨ ਤੋਂ ਬਾਅਦ ਸਵਾਲ ਹੀ ਬਹੁਤ ਸੌਖਾ ਹੋ ਗਿਆ। ਇੱਕ ਗਰੁੱਪ ਜਿਹੜਾ ਹੈ A plus B plus C, ਇਹਦੀ ਵੈਲਿਊ ਆ ਗਈ ਕਿੰਨੀ 15 ਗੁਣਾ X। ਵੱਡੇ A ਵੱਡੇ B ਵੱਡੇ C, ਇਹਨਾਂ ਦੀ ਵੈਲਿਊ ਕਿੰਨੀ ਆ ਗਈ 15 ਗੁਣਾ 20, ਕਿੰਨੀ ਆ ਗਈ ਆਪਣੇ ਕੋਲ 300। ਠੀਕ ਆ, ਕਿੰਨੀ ਆ ਗਈ ਆਪਣੇ ਕੋਲ 300। ਕਿਸੇ ਨੂੰ ਕੋਈ ਡਾਊਟ ਇਹਦੇ 'ਚ? 16x ਆ ਗਈ ਸਾਰਿਆਂ ਨੂੰ। ਜੋ ਹੁਣ ਕਹਿੰਦੇ ਹੁਣ ਇਹ ਸਾਰੇ ਜੁੜ ਗਏ, A plus B plus C ਆ ਵੀ ਤੁਹਾਡਾ ਜੁੜ ਗਿਆ, A plus B plus C ਆ ਵੀ ਤੁਹਾਡਾ ਜੁੜ ਗਿਆ ਤੇ ਥੱਲੇ ਕੁੱਲ ਜਾਣੇ ਜੁੜ ਗਏ X plus ਕਿੰਨੇ ਭਲਾ 20। ਹੁਣ ਐਵਰੇਜ ਉਮਰ ਕਿੰਨੀ ਹੋ ਗਈ ਭਲਾ ਆਪਣੇ ਕੋਲ 15.5। ਇੱਥੋਂ ਤੱਕ ਦੀ ਵੈਲਿਊ 16x ਆ, ਇੱਥੋਂ ਤੱਕ ਦੀ ਵੈਲਿਊ 300 ਆ, ਬਾਕੀ ਇੱਥੋਂ x ਕੱਢ ਦਿਓ। ਸਮਝ ਆ ਗਈ? ਇਹਦਾ ਸਕਰੀਨਸ਼ਾਟ ਲਓ ਜਿਹਨੇ ਕਨਸੈਪਟ ਸਮਝਣਾ ਹੈ। ਆ ਜਾਓ ਵੀ, ਮੈਂ ਹਜੇ ਇਹ ਸਵਾਲ ਬੰਦ ਨਹੀਂ ਕਰਿਆ, ਮੈਂ ਇਹ ਸਵਾਲ ਨੂੰ ਕਰਨ ਦਾ ਜਸਟ ਇੱਕ ਤਰੀਕਾ ਦੱਸਿਆ ਤੁਹਾਨੂੰ। ਮੈਂ ਇਸ ਸਵਾਲ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ, ਮੈਂ ਇਸ ਸਵਾਲ ਨੂੰ ਕਰਨ ਦਾ ਇੱਕ ਜਸਟ ਤਰੀਕਾ ਦੱਸਿਆ ਹੈ। ਆ ਜਾਓ ਵੀ, ਸਾਨੂੰ ਕਿਸੇ ਨੇ ਕਹਿਤਾ ਕਿ ਆਹੀ ਸਵਾਲ ਕਰਕੇ ਦਿਓ ਬਈ, 2 ਧੜੇ ਆ ਬਈ, ਇੱਕ ਧੜੇ ਦੇ ਵਿੱਚ ਨੰਬਰ ਕਿੰਨਾ ਹੈ, ਇੱਕ ਧੜੇ ਦੇ ਵਿੱਚ ਗਿਣਤੀ ਕਿੰਨੀ ਆ ਲੋਕਾਂ ਦੀ ਪਤਾ ਹੀ ਨਹੀਂ ਕਿੰਨੀ ਆ, ਉਸ ਧੜੇ ਦੀ ਐਵਰੇਜ ਕਿੰਨੀ ਆ 16। ਇੱਕ ਦੂਜਾ ਧੜਾ ਹੈ ਉਹਦੇ 'ਚ ਕਿੰਨੇ ਲੋਕ ਆ 20, ਉਹਨਾਂ ਦੀ ਐਵਰੇਜ ਕਿੰਨੀ ਆ ਬਈ 15 ਤੇ ਕੁੱਲ ਐਵਰੇਜ ਕਿੰਨੀ ਆ 15.5। ਜੇ ਇਹ ਵੀ ਘੱਟ ਦਿੰਦੇ ਕਿ ਕੁੱਲ ਐਵਰੇਜ ਜਿਹੜੀ ਆ ਉਹ ਪਹਿਲੇ ਕੇਸ ਤੋਂ 0.5 ਘਟ ਗਈ ਆ ਤਾਂ ਵੀ ਆਪਾਂ ਮੰਨ ਲੈਂਦੇ। ਠੀਕ ਆ, ਆਹ ਗੱਲ ਸਮਝ ਆ ਗਈ? ਪਹਿਲੇ ਵਾਲਾ ਨੰਬਰ ਇਨਟੂ ਉਹਨਾਂ ਦੀ ਗਿਣਤੀ, ਦੂਜੇ ਵਾਲਾ ਨੰਬਰ ਇਨਟੂ ਉਹਨਾਂ ਦੀ ਗਿਣਤੀ, ਫਿਰ ਟੋਟਲ ਨੰਬਰ ਕਿੰਨਾ ਹੈ ਆਪਣੇ ਕੋਲ? ਹਾਂਜੀ, ਇੱਥੇ 20 ਆਊਗਾ। ਚੱਕੀ ਬਈ, ਸਵਾਲ ਖਤਮ। ਪਹਿਲੇ ਆਹ ਸਵਾਲ ਤਾਂ ਸਟੈਂਡਰਡ ਮੈਥਡ ਆ, ਜਦੋਂ ਵੀ ਆਪਾਂ ਨੂੰ 2 ਧੜਿਆਂ ਨੂੰ ਆਪਸ 'ਚ ਐਵੇਂ ਕੰਪੇਅਰ ਕਰਾਉਣ, ਇੱਥੋਂ x ਕੱਢ ਸਕਦੇ ਹੋ। ਵੈਸੇ ਤਾਂ ਮੈਂ ਕੱਢ ਕੇ ਦਿਖਾਉਣਾ, 16x plus 300 ਬਰਾਬਰ ਹੈ 15.5x ਪਲੱਸ 15.5 ਨੂੰ 20 ਨਾਲ ਗੁਣਾ ਕਰਨਾ, ਮਤਲਬ 15.5 ਦਾ ਮਤਲਬ 155/10, 310
300 परले पासे जाके 10 हो जाऊगा। 16x चो 15.5x घटाना है बई 7x चो जो 5x घटाने हो तो कितना आता है 2x। बई 7 चो ही 5 घटाने होंगे x तो नाल आ जाता। 8x चो जो 5x घटाने हो तो कितना हो जाता 8 चो ही 5 घटाने होंगे 3x तो नाल ही आ जाता। 16x चो 15.5x घटाने आ 16x चो 15.5x घटाने आ भाई x का नाल आ ही जाना। 16 चो 15.5 घटाने 15.5 तो बचूगा 0.5 पता ना सारिਆਂ ਨੂੰ आ 0.5 मतलब अद्धा परले पासे जाके 10 नाल डिवाइड होऊगा। 10 ਨੂੰ ਜਦੋਂ 0.5 ਨਾਲ डिवाइड करांगे 10 ਨੂੰ 0.5 ਦਾ मतलब आ 5/10 वो 10 ਉੱਪਰ चले जाऊगा तो रब थोड़ा भला करे x कितना आ गया 20 आ गया। इट मीनस x अपने को 20 आ गया। मतलब ਜਿਹੜਾ ਪਹਿਲਾ ਧੜਾ ਸੀਗਾ ਠੀਕ ਆ ਪਹਿਲਾ ਧੜਾ ਸੀਗਾ ਇਸ ਧੜੇ ਦੇ ਵਿੱਚ ਜਿਹੜੇ ਜਿਨ੍ਹਾਂ ਦੀ ਐਵਰੇਜ ਉਮਰ 16 ਸਾਲ ਸੀ ਉਹਨਾਂ ਦੀ ਵੀ ਗਿਣਤੀ ਕਿੰਨੀ ਸੀਗੀ 20 ਸੀਗੀ ਉਹਨਾਂ ਦੀ ਗਿਣਤੀ ਵੀ ਪੱਲੇ ਪੈ ਗਈ ਸਾਰਿਆਂ ਨੂੰ। ਇਟ ਮੀਨਸ ਤੁਸੀਂ ਇਸ ਚੀਜ਼ ਨੂੰ ਨੌਨ ਸੀਰੀਅਸ ਨਹੀਂ ਲੈ ਸਕਦੇ ਆਲਦੋ ਇਹ ਇੱਕ ਸ਼ਾਰਟਕਟ ਆ ਪਰ ਇਹ ਉਹ ਸ਼ਾਰਟਕਟ ਨਹੀਂਗਾ ਜਿਹੜਾ ਆਪਾਂ ਇੰਸਟੀਚਿਊਟਾਂ 'ਚ ਪੜ੍ਹਦੇ ਆ। ਇਹ ਉਹ ਸ਼ਾਰਟਕਟ ਆ ਜਿਹੜਾ ਤੁਸੀਂ ਖੁਦ ਬਣਾਇਆ ਹੈ ਤੇ ਤੁਹਾਨੂੰ ਪਤਾ ਲੱਗਿਆ ਕਿ ਯਾਰ ਅੱਛਾ ਅਸੀਂ ਇਹਨੂੰ ਐਵੇਂ ਵਰਤ ਸਕਦੇ ਹਾਂ ਅਸੀਂ ਆਪਣੀ ਮਰਜ਼ੀ ਲਈ ਬਣਾਇਆ ਹੈ। ਆ ਜਾਓ ਆਪਾਂ ਆਪਣਾ ਅਗਲਾ ਸਵਾਲ ਦੇਖਦੇ ਹਾਂ ਤੇ ਸਵਾਲ ਬਹੁਤ ਸਿੰਪਲ ਆ ਲਓ ਜੀ ਠੀਕ ਆ ਬਿਕੋਜ਼ ਮੇਰਾ ਟਾਰਗੇਟ ਇਹ ਆ ਕਿ ਅੱਜ ਅਸੀਂ 25 ਸਵਾਲਾਂ ਤੱਕ ਜ਼ਰੂਰ ਪਹੁੰਚਣਾ ਹੈ ਤੇ ਮੈਂ ਕੱਲਾ ਸਵਾਲ ਕਰਦਾ ਜਾ ਰਿਹਾ ਸਿਰਫ ਇਸ ਪਰਪਸ ਨਾਲ ਕਿ ਆਪਣੇ ਸਾਰੇ ਕਨਸੈਪਟ ਜਿਹੜੇ ਆ ਉਹ ਚੰਗੇ ਤਰੀਕੇ ਨਾਲ ਕਲੀਅਰ ਹੋਣ। ਕਹਿੰਦਾ ਮੰਡੇ ਟਿਊਜ਼ਡੇ ਤੇ ਵੈਨਸਡੇ 3 ਦਿਨ 300 ਬੰਦੇ ਐਵਰੇਜ ਫਿਲਮ ਦੇਖ ਕੇ ਆਏ ਆ। ਵੀਰਵਾਰ ਤੇ ਸ਼ੁੱਕਰਵਾਰ 250 ਬੰਦੇ ਦੇਖ ਕੇ ਆਏ ਆ ਠੀਕ ਆ। ਪਹਿਲੇ ਧੜੇ 'ਚ ਜਿਹੜਾ ਪਹਿਲਾ ਧੜਾ ਹੈ ਉਹਦੇ 'ਚ 3 ਦਿਨ ਆ ਤੇ ਉੱਥੇ ਐਵਰੇਜ ਟਿਕਟ ਕਿੰਨੇ ਰੁਪਏ ਆ 300 ਰੁਪਏ। ਫਿਰ ਵੀਰਵਾਰ ਤੇ ਸ਼ੁੱਕਰਵਾਰ ਦੂਜਾ ਧੜਾ 2 ਦਿਨਾਂ ਦਾ ਹੈ ਉਹਦੇ 'ਚ ਐਵਰੇਜ ਟਿਕਟ ਕਿੰਨੇ ਰੁਪਏ ਆ ਉਹ ਕਿੰਨੇ ਰੁਪਏ ਟਿਕਟ ਰਹਿ ਗਈ 250 ਰੁਪਏ। ਫਿਰ ਤੀਜਾ ਧੜਾ ਵੀਕਐਂਡ ਦਾ ਹੈ ਸ਼ਨੀਵਾਰ ਤੇ ਐਤਵਾਰ ਦਾ 2 ਦਿਨ ਕਹਿੰਦੇ ਉੱਥੇ ਐਵਰੇਜ ਟਿਕਟ ਕਿੰਨੀ ਹੋਊਗੀ ਉੱਥੇ ਐਵਰੇਜ ਟਿਕਟ ਕਿੰਨੀ ਹੋਊਗੀ। ਸਵਾਲ ਇਹ ਆ ਕਿ ਔਸਤਨ ਪੂਰੀ ਜੇ ਸਾਰੇ ਵੀਕਐਂਡ ਦੀ ਦੇਖੀਏ ਪੂਰੇ ਵੀਕ ਦੀ ਐਵਰੇਜ ਟਿਕਟ ਜਿਹੜੀ ਆ ਪੂਰੇ ਵੀਕ ਦੀ ਐਵਰੇਜ ਟਿਕਟ 400 ਰੁਪਏ ਆ। ਪੱਲੇ ਪੈ ਗਈ ਗੱਲ ਬਈ ਇੱਕ ਹਿੱਸੇ ਦੀ ਐਵਰੇਜ ਟਿਕਟ 300 ਰੁਪਏ ਆ ਦੂਜੇ ਹਿੱਸੇ ਦੀ 250 ਰੁਪਏ ਆ ਤੀਜੇ ਹਿੱਸੇ ਦੀ ਸ਼ਨੀਵਾਰ ਐਤਵਾਰ ਵੀਕਐਂਡ ਦੀ ਐਵਰੇਜ ਟਿਕਟ ਦੱਸੋ। ਆ ਜਾਓ ਸਵਾਲ 3 ਗੁਣਾ 300 n1 ਗੁਣਾ a1 n2 ਗੁਣਾ a2 ਤੀਜੇ ਧੜੇ 'ਚ 2 ਦੇਣਾ ਐਵਰੇਜ ਟਿਕਟ ਪਤਾ ਨਹੀਂ ਟੋਟਲ 400 ਰੁਪਈਆ ਗੁਣਾ 7 ਸਾਰਿਆਂ ਨੂੰ ਜੋੜ ਕੇ ਤੁਹਾਡੇ ਸਾਹਮਣੇ 3 2 5 2 7 ਜੋੜੋ ਕੀ ਬਣਿਆ 900 ਤੇ 500 900 ਤੇ 500 1400 ਬਣਿਆ 2 ਗੁਣਾ x ਬਰਾਬਰ ਹੈ 2800 ਮਾਈਨਸ 1400 2 ਗੁਣਾ x ਬਰਾਬਰ ਹੈ 1400 ਤੇ x ਬਰਾਬਰ ਹੈ 700 ਆ ਗਿਆ ਤੁਹਾਡੇ ਸਾਹਮਣੇ ਹੀ ਆ। ਨਹੀਂ ਤਾਂ ਬੇਸਿਕ ਮੈਥਡ ਕਿਤੇ ਵੀ ਨਹੀਂ ਗਿਆ ਜਿਹੜਾ ਕਿ ਮੈਂ ਕਰਾਉਣ ਲੱਗਾ ਸੋਮਵਾਰ ਪਲੱਸ ਮੰਗਲਵਾਰ ਪਲੱਸ ਬੁੱਧਵਾਰ ਬਟੇ 3 ਤਿੰਨਾਂ ਦਿਨਾਂ ਦੀ ਐਵਰੇਜ ਕਿੰਨੀ ਆ ਜੀ 300। ਇਹਦਾ ਮਤਲਬ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਦਾ ਜੋੜ ਕਿੰਨਾ ਆ ਗਿਆ 900। ਵੀਰਵਾਰ ਤੇ ਸ਼ੁੱਕਰਵਾਰ ਦੀ ਐਵਰੇਜ ਕਿੰਨੀ ਆ 250। ਵੀਰਵਾਰ ਤੇ ਸ਼ੁੱਕਰਵਾਰ ਦਾ ਜੋੜ ਕਿੰਨਾ ਆ ਗਿਆ 500। ਸ਼ਨੀਵਾਰ ਤੇ ਐਤਵਾਰ ਦੀ ਐਵਰੇਜ ਪਤਾ ਕਰਨੀ ਆ ਪਰ ਆਪਾਂ ਨੂੰ ਇੰਨਾ ਜ਼ਰੂਰ ਪਤਾ ਹੈ ਕਿ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 7 ਦਿਨਾਂ ਦੀ ਐਵਰੇਜ ਕਿੰਨੀ ਦਿੱਤੀ ਹੋਈ ਆ 400 ਦਿੱਤੀ ਆ। ਇਹਦਾ ਮਤਲਬ ਸੋਮਵਾਰ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦਾ ਹਿਸਾਬ ਕਿੰਨਾ ਆ ਗਿਆ 2800। ਪਹਿਲੇ ਤਿੰਨਾਂ ਦਾ ਜੋੜ ਆਪਾਂ ਇੱਥੇ ਲਿਖਾਂਗੇ ਸੋਮਵਾਰ ਮੰਗਲਵਾਰ ਬੁੱਧਵਾਰ ਦਾ ਜਵਾਬ ਲਿਖਾਂਗੇ 900। ਵੀਰਵਾਰ ਪਲੱਸ ਸ਼ੁੱਕਰਵਾਰ ਦਾ ਹਿਸਾਬ ਲਿਖਾਂਗੇ ਆਪਾਂ 500। ਸ਼ਨੀਵਾਰ ਪਲੱਸ ਐਤਵਾਰ ਨੂੰ s ਪਲੱਸ s ਹੀ ਦੱਸ ਦਾਂਗੇ s ਪਲੱਸ s ਸ਼ਨੀਵਾਰ ਪਲੱਸ ਐਤਵਾਰ ਬਰਾਬਰ ਹੈ 2800। ਸ਼ਨੀਵਾਰ ਪਲੱਸ ਐਤਵਾਰ ਬਰਾਬਰ ਹੈ 2800 ਮਾਈਨਸ 1400। ਸ਼ਨੀਵਾਰ ਪਲੱਸ ਐਤਵਾਰ ਦਾ ਕੁੱਲ ਜੋੜ 1400 ਆ ਗਿਆ ਪਰ ਉਹਨਾਂ ਨੇ ਸ਼ਨੀਵਾਰ ਪਲੱਸ ਐਤਵਾਰ ਦਾ ਕੁੱਲ ਜੋੜ ਨਹੀਂ ਪੁੱਛਿਆ ਸ਼ਨੀਵਾਰ ਪਲੱਸ ਐਤਵਾਰ ਦੀ ਐਵਰੇਜ ਪੁੱਛੀ ਹੈ। 1400 ਨੂੰ 2 ਨਾਲ ਡਿਵਾਈਡ ਵੀ ਕਰਨਾ ਪੈਣਾ ਹੈ ਤੇ ਡਿਵਾਈਡ ਕਰਕੇ ਕਿੰਨਾ ਆ ਜਾਊਗਾ ਆਪਣੇ ਕੋਲ 700।
ਬਈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕਨਸੈਪਟ ਨਾਲ ਨਹੀਂ ਕਰਾਇਆ। ਕਨਸੈਪਟ ਹੋਵੇ ਚਾਹੇ ਡਾਇਰੈਕਟ ਹੋਵੇ, ਸਾਰੀ ਗੱਲ ਇੱਕੋ ਹੀ ਆ ਜੀ, ਪੱਲੇ ਪੈ ਗਈ ਸਾਰਿਆਂ ਨੂੰ। ਕਿਸੇ ਨੂੰ ਕੋਈ ਡਾਊਟ ਨਹੀਂ ਰਹਿਣੀ ਚਾਹੀਦੀ ਇਹਦੇ 'ਚ, ਕਿਸੇ ਪ੍ਰਕਾਰ ਦੀ ਵੀ ਕੋਈ ਡਾਊਟ ਦਿਮਾਗ 'ਚ ਰਹਿ ਨਾ ਜਾਵੇ ਆਪਣੀ, ਠੀਕ ਆ ਜੀ। ਚੱਲੀਏ ਆਪਾਂ ਅੱਗੇ। ਹੁਣ ਆ ਜਾਓ ਅਗਲਾ ਸਵਾਲ, ਬੜਾ ਇੰਪੋਰਟੈਂਟ ਆ। ਇਸ ਸਵਾਲ ਨੂੰ ਮੈਂ ਇੰਪੋਰਟੈਂਟ ਮਾਰਕ ਕਰ ਰਿਹਾ ਕਿ ਹਾਂ ਆਪਣੇ ਆਪ 'ਚ ਇੱਕ ਇੰਪੋਰਟੈਂਟ ਸਵਾਲ ਆ ਤੇ ਸਾਡਾ ਇਹ ਮਿਸ ਨਹੀਂ ਹੋਣਾ ਚਾਹੀਦਾ, ਠੀਕ ਆ। ਕਿਵੇਂ ਭਲਾ, ਹੁਣ ਧਿਆਨ ਨਾਲ ਸਮਝਿਓ। ਕਹਿੰਦੇ ਫਾਈਂਡ ਦੀ ਐਵਰੇਜ ਇਨਕਰੀਜ਼ ਰੇਟ, find the average increase rate if increase in population in first year is 30%। ਕਿਸੇ ਸ਼ਹਿਰ ਦੇ ਵਿੱਚ ਨਾ ਪਹਿਲੇ ਸਾਲ 30% ਆਬਾਦੀ ਵਧੀ ਆ। ਪਹਿਲੇ ਸਾਲ ਕਿੰਨੇ % ਆਬਾਦੀ ਵਧੀ ਆ? ਪਹਿਲੇ ਸਾਲ 30% ਆਬਾਦੀ ਵਧੀ ਆ ਤੇ ਦੂਸਰੇ ਸਾਲ ਜਿਹੜੀ ਆਬਾਦੀ ਆ ਉਹ 40% ਵਧੀ ਆ। ਪਹਿਲੇ ਸਾਲ ਆਬਾਦੀ 30% ਵਧੀ ਆ, ਦੂਜੇ ਸਾਲ ਆਬਾਦੀ ਕਿੰਨੇ % ਵਧੀ ਆ? 40% ਵਧੀ ਆ। ਮੰਨ ਲਓ ਪਹਿਲੇ ਸ਼ੁਰੂ 'ਚ ਆਬਾਦੀ ਕਿੰਨੀ ਸੀਗੀ? 100। ਜੇ ਕੋਈ ਚੀਜ਼ 30% ਵੱਧ ਜੇ, ਤੁਹਾਨੂੰ ਪਤਾ ਮੈਂ ਕਿੰਨੀ ਵਾਰ ਕਹਿਣਾ ਕਿ 30% ਵਧਣ ਦਾ ਮਤਲਬ ਆ ਕਿਸੇ ਚੀਜ਼ ਦਾ ਕਿੰਨੇ % ਹੋ ਜਾਣਾ? 130%। ਬਈ ਪਹਿਲਾਂ ਕੋਈ ਚੀਜ਼ 100 ਸੀ, 100 ਦਾ ਕੋਈ ਚੀਜ਼ 130% ਹੋ ਗਈ, ਇਹਦਾ ਮਤਲਬ ਉਹ ਵੱਧ ਕੇ 130 ਹੋ ਗਈ। ਅਗਲੇ ਸਾਲ 130 ਤੋਂ ਆਬਾਦੀ ਕਿੰਨੇ % ਵਧੀ ਆ? 40%। ਕੋਈ ਚੀਜ਼ 40% ਵਧੇ, ਇਹਦਾ ਮਤਲਬ ਉਹ ਵੱਧ ਕੇ 140% ਹੋ ਗਈ। 30 ਦਾ 140%, 30 ਦਾ 140%। ਆ ਇਹਦੇ ਨਾਲ ਕੱਟਿਆ ਗਿਆ, 0 ਇਹਦੇ ਨਾਲ ਕੱਟੀ ਗਈ। ਕੋਈ ਦੱਸ ਸਕਦਾ 14 × 3 ਕਿੰਨਾ ਹੋਊਗਾ ਆਪਣੇ ਕੋਲ? 14 × 13, ਪਲੀਜ਼ ਜਲਦੀ ਕਰੋ। 182। ਠੀਕ ਆ। ਕਨਸੈਪਟ ਇਹ ਆ ਕਿ ਪਹਿਲੇ ਸਾਲ ਆਬਾਦੀ 100 ਸੀ, ਦੂਜੇ ਸਾਲ 130 ਸੀ, ਆਬਾਦੀ ਕਿੰਨੀ ਵਧੀ ਆ? 30। ਅਗਲੇ ਸਾਲ ਆਬਾਦੀ 182 ਹੋ ਗਈ ਆ, ਆਬਾਦੀ ਕਿੰਨੀ ਵਧੀ ਆ? 52। ਪਹਿਲੇ ਸਾਲ ਦਾ ਇਨਕਰੀਜ਼ 30 ਆ, ਦੂਜੇ ਸਾਲ ਦਾ ਇਨਕਰੀਜ਼ ਕਿੰਨਾ ਹੈ? 52 ਹੈ। ਤੀਸਰੇ ਸਾਲ ਦਾ ਐਵਰੇਜ ਇਨਕਰੀਜ਼ ਕਿੰਨਾ ਹੋਊਗਾ? 30 + 52/2। 30 + 52/2 ਐਵਰੇਜ ਇਨਕਰੀਜ਼। ਕਿੰਨਾ ਆਨਸਰ ਆ ਗਿਆ ਆਪਣੇ ਕੋਲ? 82/2, 41%। ਸਮਝ ਆ ਗਈ ਗੱਲ? ਸਮਝ ਆ ਗਈ ਚੀਜ਼? ਆਹ ਚੀਜ਼ ਸਾਨੂੰ ਪਤਾ ਹੋਣੀ ਚਾਹੀਦੀ ਆ। ਇਹ ਕਨਸੈਪਟ ਆ ਕਿ ਮੈਂ ਦੁਬਾਰਾ ਸਮਝਾ ਰਿਹਾ, ਆ ਜਾਓ ਵੀ। ਇਹ ਤਾਂ ਤੁਸੀਂ ਦੇਖੋ ਘਰੇ ਜਾ ਕੇ ਆਪਣਾ ਕਰ ਹੀ ਲੈਣਾ, ਮੈਨੂੰ ਇਹਦੇ 'ਚ ਕੋਈ ਪ੍ਰੋਬਲਮ ਨਹੀਂ। ਤੁਹਾਨੂੰ ਕਿਸੇ ਨੇ ਕਹਿਤਾ ਕਿ ਕੋਈ ਕਿਤੇ ਕਿਸੇ ਚੀਜ਼ ਦਾ ਰੇਟ ਪਹਿਲੇ ਸਾਲ 40% ਵਧਿਆ ਹੋਵੇ, 20%, ਦੂਜੇ %, 40% ਤੇ ਤੀਜੇ ਸਾਲ ਉਹ ਰੇਟ 50% ਵੱਧ ਜੇ। ਪਹਿਲੇ ਸਾਲ ਰੇਟ 20% ਵਧੇ, ਦੂਜੇ ਸਾਲ 40% ਤੇ ਤੀਜੇ ਸਾਲ ਕਿੰਨੇ % ਵੱਧ ਜੇ? 50%। ਐਵਰੇਜ ਰੇਟ ਦੱਸੋ ਕਿੰਨਾ ਵਧਿਆ? ਪਹਿਲਾ ਰੇਟ 100 ਰੁਪਏ ਸੀਗਾ ਤੇ 100 ਦਾ 120%, 120 ਹੋ ਗਿਆ। ਅਗਲੇ ਸਾਲ ਰੇਟ 120 ਸੀ ਤੇ 120 ਦਾ ਕਿੰਨੇ % ਵਧਿਆ? 40%। ਕੋਈ ਚੀਜ਼ 40% ਵਧੇ ਤਾਂ ਐਵੇਂ ਨਿਕਲਦੀ ਹੈ। 120 ਦਾ 40%। ਕਰਿਓ 12 ਨੂੰ 14 ਨਾਲ ਗੁਣਾ, ਪਲੀਜ਼ ਜਲਦੀ ਕਰੋ। 168। ਠੀਕ ਆ। ਅੱਗੇ ਆ ਜਾਓ। ਜਿਹੜੀ ਚੀਜ਼ 168 ਰੁਪਏ ਦੀ ਸੀ, ਅਗਲੇ ਸਾਲ ਉਹ 50% ਹੋਰ ਵੱਧ ਗਈ, ਮਤਲਬ ਉਹ ਆਪਣੇ ਰੇਟ ਦਾ 150% ਹੋ ਗਈ। ਹੁਣ 168 ਦਾ 150% ਕਰੋ। 168 ਦਾ 150% ਪਲੀਜ਼। ਚਲੋ ਆ 3 ਤੇ ਗਿਆ, ਆ 2 ਤੇ ਗਿਆ, ਆ 1 ਤੇ ਗਿਆ, ਆ 8 4, 84 × 3 ਕਰ ਦਿਓ। 4 ਤੀਏ 12, 252। ਆਹੀ ਆ, ਉਹ ਆਹੀ ਹੋ ਗਿਆ। ਇਹ ਦੱਸੋ ਪਹਿਲੇ ਸਾਲ ਰੇਟ ਕਿੰਨਾ ਵਧਿਆ? ਪਹਿਲੇ ਸਾਲ ਰੇਟ ਕਿੰਨਾ ਵਧਿਆ? 20 ਰੁਪਏ। ਦੂਜੇ ਸਾਲ ਰੇਟ ਕਿੰਨਾ ਵਧਿਆ? ਉਹ ਦੂਜੇ ਸਾਲ ਰੇਟ ਕਿੰਨਾ ਵਧਿਆ ਹੈ? ਉਹ ਕਿੰਨਾ ਵਧਿਆ ਹੈ? ਪਹਿਲੇ ਸਾਲ ਰੇਟ 20 ਰੁਪਏ ਵਧਿਆ ਔਨ ਐਨ ਐਵਰੇਜ। ਦੂਜੇ ਸਾਲ ਰੇਟ ਕਿੰਨਾ ਵਧਿਆ ਹੈ? 20 ਤੋਂ 68 ਕਿੰਨੇ ਰੁਪਏ ਵਧਿਆ? 48 ਰੁਪਏ। 48। ਤੀਸਰੇ ਸਾਲ ਰੇਟ ਕਿੰਨਾ ਵਧਿਆ ਹੈ? 168 ਤੋਂ 252। चौरासी डिवाइड बाय 3 करो। डिवाइड कितना आऊगा? 50.6
50 ਪੁਆਇੰਟ ਆ ਚੱਕੋ ਜੀ। ਪੇਪਰ 'ਚ ਇਹੋ ਜਿਹਾ ਸਵਾਲ ਵੀ ਆ ਸਕਦਾ ਕਿ ਪਹਿਲੇ ਸਾਲ ਕਿਸੇ ਚੀਜ਼ ਦਾ ਰੇਟ 20%, ਅਗਲੇ ਸਾਲ 40% ਤੇ ਅਗਲੇ ਸਾਲ 50% ਵਧਿਆ, ਔਸਤਨ ਰੇਟ ਕਿੰਨਾ ਵਧਿਆ ਹੋਊਗਾ? 50.6%। ਤੁਹਾਡੇ ਸਾਹਮਣੇ ਹੀ ਆ ਕਿਵੇਂ ਅਸੀਂ ਸਵਾਲਾਂ ਨੂੰ ਕਨਸੈਪਚੁਅਲੀ ਕਰ ਰਹੇ ਹਾਂ। ਮੈਂ ਇੱਕ ਸਵਾਲ ਨਹੀਂ, ਮੈਨੂੰ ਲੱਗਦਾ ਕਿ ਇੱਕ ਸਵਾਲ ਸ਼ੀਟ 'ਚ ਆ ਤਾਂ ਇਹੋ ਜਿਹਾ ਇੱਕ ਸਵਾਲ ਨਹੀਂ, ਦੋ ਹੋਣੇ ਚਾਹੀਦੇ ਆ, ਤਾਂ ਮੈਂ ਇੱਕ ਇਹੋ ਜਿਹਾ ਐਗਜ਼ੈਕਟ ਸਿਮਿਲਰ ਸਵਾਲ ਹੋਰ ਕਰਾਤਾ ਤੁਹਾਨੂੰ। ਤੁਹਾਡੇ ਕਨਸੈਪਟ ਕਲੀਅਰ ਹੋਣੇ ਬਹੁਤ ਜ਼ਰੂਰੀ ਆ, ਪਲੀਜ਼ ਇਹਦੇ ਤੇ ਫੋਕਸ ਕਰੋ। ਸਵਾਲ ਸਮਝ ਆ ਗਿਆ? ਐਵਰੇਜ ਇਨਕਰੀਜ਼ ਕਿਵੇਂ ਪਤਾ ਕਰਾਂਗੇ? ਆ ਜਾਓ ਵੀ ਅੱਗੇ। ਕਹਿੰਦਾ ਇੱਕ ਗਰੁੱਪ ਸੀਗਾ 14 ਜਾਣਿਆਂ ਦਾ, ਐਵਰੇਜ ਉਮਰ 27 ਸਾਲ ਆ। ਘਬਰਾਉਣ ਦੀ ਲੋੜ ਹੀ ਨਹੀਂ। A + B + C ਬਟੇ ਕਿੰਨੇ ਜਾਣੇ ਆ? 14 ਜਾਣੇ। ਤੇ ਐਵਰੇਜ ਕਿੰਨੀ ਆ ਇਹਨਾਂ 14 ਜਾਣਿਆਂ ਦੀ? ਪਤਾ ਨਹੀਂ ਐਵਰੇਜ ਉਮਰ ਆ ਕਿ ਐਵਰੇਜ ਭਾਰ ਆ, ਆਪਾਂ ਕੀ ਲੈਣਾ। ਦੋ ਬੰਦੇ ਇਹਨਾਂ ਚੋਂ 42 ਸਾਲ ਦੇ, ਅੱਛਾ ਇਹਨਾਂ ਦੇ ਵਿੱਚ ਨਾ ਦੋ ਬੰਦੇ 42 ਸਾਲ ਦੇ ਸੀਗੇ, 42 + 42 ਉਹ ਹਾਈਲਾਈਟ ਕਰਤੇ ਮੈਂ। ਕਹਿੰਦੇ ਦੋ ਬੰਦੇ 42 ਸਾਲ ਦੇ ਗਰੁੱਪ ਛੱਡ ਗਏ, ਬਸ ਬਾਕੀਆਂ ਦੀ ਐਵਰੇਜ ਕੱਢੋ। A + B + C 42 ਵਾਲੇ ਦੋ ਕੱਢਤੇ, ਥੱਲੇ ਕਿੰਨਾ ਰਹਿ ਗਿਆ ਆਪਣੇ ਕੋਲ? 12। ਬਈ ਇੱਥੋਂ ਤੱਕ ਦਾ 42 ਤੋਂ ਬਿਨਾ ਤੱਕ ਦਾ ਹਿਸਾਬ ਚੱਕ ਕੇ ਇੱਥੇ ਲਿਖ ਦਿਓ। ਕਿਵੇਂ ਕੱਢਾਂਗੇ? 14 ਨੂੰ ਪਹਿਲਾਂ 27 ਨਾਲ ਗੁਣਾ ਕਰਾਂਗੇ। A + B + C ਇਹਦਾ ਪਤਾ ਕਿਵੇਂ ਕਰਾਂਗੇ? ਪਹਿਲਾਂ 14 ਨੂੰ 27 ਨਾਲ ਗੁਣਾ ਕਰੋ, ਕੈਲਕੂਲੇਟ ਕਰਕੇ ਦੱਸੋ ਕਿੰਨਾ ਆਊਗਾ? 378 ਮਾਈਨਸ ਆ 42 + 42 ਜਿਹੜਾ 84 ਸੀ ਉਹ ਇਹ ਚੋਂ ਘਟਾਵਾਂਗੇ ਵੀ ਹੁਣ ਫਿਰ 294। ਆ ਲਓ ਜੀ, ਇਹ ਦੋ 42 ਵਾਲੇ ਝਾੜ ਕੇ ਬਾਕੀ ਸਾਰਿਆਂ ਦੀ ਉਮਰ ਦਾ ਜੋੜ, ਪਤਾ ਨਹੀਂ ਉਮਰ ਆ ਕਿ ਭਾਰ ਆ, 294 ਆ ਤੇ ਡਿਵਾਈਡ ਕਿੰਨੇ ਨਾਲ ਕਰਤਾ ਆਪਾਂ? 12 ਨਾਲ। ਤੇ ਕਿੰਨਾ ਆਨਸਰ ਆ ਗਿਆ? 24.5। ਠੀਕ ਹੈ ਜੀ। ਆਹ ਦੱਸੋ ਜੀ ਗੱਲ ਸਭ ਨੂੰ ਪੱਲੇ ਪੈ ਗਈ? ਕਿਸ ਤਰੀਕੇ ਨਾਲ ਆਪਾਂ ਇਹ ਸਾਰੇ ਸਵਾਲ ਜਿਹੜੇ ਆ ਜੀ ਹੱਲ ਕਰਨੇ ਆ। ਨੈਕਸਟ ਅਗਲਾ ਸਵਾਲ ਪਹਿਲਾਂ ਤਾਂ ਪੜ੍ਹ ਕੇ ਦੇਖੋ ਜੀ, ਦੇਖਦੇ ਆ ਕਿ ਕੀ ਹਿਸਾਬ ਕਿਤਾਬ ਆ, ਆਪਾਂ ਕਿਵੇਂ ਇਸ ਸਵਾਲ ਨੂੰ ਹੱਲ ਕਰਦੇ ਆ। ਲਾਓ ਦਿਮਾਗ। ਪਹਿਲੀ ਕਲਾਸ 'ਚ 10 ਬੱਚੇ ਆ, ਦੂਜੀ 'ਚ 20, ਤੀਜੀ 'ਚ 30, ਅਗਲੀ 'ਚ 40। ਕਹਿੰਦੇ ਪਾਸ ਪਰਸੈਂਟੇਜ ਪਹਿਲੇ ਜੋ 20% ਪਾਸ ਆ, ਅਗਲੇ 'ਚੋਂ ਇੰਨੇ, ਅਗਲੇ 'ਚੋਂ ਇੰਨੇ, ਅਗਲੇ 'ਚੋਂ ਇੰਨੇ। ਵਟ ਇਜ਼ ਦੀ ਪਾਸ ਪਰਸੈਂਟੇਜ ਆਫ ਐਂਟਾਇਰ ਸਕੂਲ? ਵਟ ਇਜ਼ ਦੀ ਪਾਸ ਪਰਸੈਂਟੇਜ ਆਫ ਐਂਟਾਇਰ ਸਕੂਲ? ਸਾਰੇ ਸਕੂਲ 'ਚੋਂ ਕਿੰਨੇ % ਬੱਚੇ ਪਾਸ ਆ? ਸਾਰੇ ਸਕੂਲ 'ਚੋਂ ਕਿੰਨੇ % ਬੱਚੇ ਪਾਸ ਆ? ਪਹਿਲੀ ਗੱਲ ਇਹ ਦੱਸੋ। ਚਲੋ ਵੈਸੇ ਇਹ ਲੱਗਦਾ ਨਹੀਂ ਕਿ ਇਹ ਐਵਰੇਜ ਦਾ ਸਵਾਲ ਆ, ਪਤਾ ਕੀ ਹੁੰਦਾ ਹੈ? ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇਹ ਇੱਕ ਗੱਲ ਦੱਸੋ ਕਿ ਜੇ ਕਿਸੇ ਨੇ ਕਹਿਤਾ ਕਿ ਇੱਕ ਕਲਾਸ 'ਚ 10 ਬੱਚੇ ਆ, 10 ਚੋਂ 20% ਪਾਸ ਆ, 10 ਦਾ 20% ਕਿੰਨਾ ਹੁੰਦਾ ਹੈ ਬਈ? ਪਹਿਲੀ ਕਲਾਸ 'ਚੋਂ ਕਿੰਨੇ ਬੱਚੇ ਪਾਸ ਆ? 2। ਦੂਸਰੀ ਕਲਾਸ 'ਚ 20 ਬੱਚੇ ਆ ਤੇ ਉਹ 'ਚੋਂ ਕਿੰਨੇ ਬੱਚੇ ਪਾਸ, ਕਿੰਨੇ % ਬੱਚੇ ਪਾਸ ਆ? 30%। ਕਿੰਨੇ ਬੱਚੇ ਪਾਸ ਹੋਏ ਭਲਾ? 6 ਬੱਚੇ। ਤੀਸਰੀ ਕਲਾਸ 'ਚ 30 ਬੱਚੇ ਆ, ਉਹ 'ਚੋਂ ਸਿਰਫ 60% ਬੱਚੇ ਪਾਸ ਆ। 30 ਦਾ 60% ਕਿੰਨਾ ਹੋ ਗਿਆ? 18। ਇੱਕ ਚੌਥੀ ਕਲਾਸ ਆ, ਉਹਦੇ 'ਚ 40 ਬੱਚੇ ਆ, 40 ਦਾ 100% ਪਾਸ ਆ। ਕਿੰਨੇ ਬੱਚੇ ਪਾਸ ਹੋਏ ਭਲਾ? 40। ਜਦੋਂ ਆਪਾਂ ਨੂੰ ਕਿਸੇ ਨੇ ਪੁੱਛ ਲਿਆ ਨਾ ਕਿ ਕੁੱਲ ਸਕੂਲ 'ਚ ਕਿੰਨੇ ਬੱਚੇ ਪਾਸ ਆ, ਇਹ ਵੈਸੇ ਨਾ ਮੈਂ ਐਵਰੇਜ ਦਾ ਸਵਾਲ ਮੰਨਦਾ ਨਹੀਂ। ਕਿਸੇ ਵੀ ਚੀਜ਼ ਦੀ ਪਰਸੈਂਟੇਜ ਕੱਢਣੀ ਹੋਵੇ, ਥੱਲੇ ਕੁੱਲ ਗਿਣਤੀ, ਉੱਪਰ ਜਿਹਦੀ ਪਰਸੈਂਟੇਜ ਕੱਢਣੀ ਆ ਤੇ ਗੁਣਾ 100। ਪਹਿਲਾਂ ਤਾਂ ਇਹ ਦੱਸੋ ਕਿ ਕਲਾਸ ਪੂਰੇ ਸਕੂਲ ਦੀ ਐਵਰੇਜ ਪੂਰੇ ਸਕੂਲ ਦੀ ਪਰਸੈਂਟੇਜ ਕੱਢਣੀ ਆ। ਇਹ ਪਰਸੈਂਟੇਜ ਦਾ ਸਵਾਲ ਆ, ਐਵਰੇਜ ਵਾਲੇ ਸਵਾਲ 'ਚੋਂ ਹੀ ਪੈ ਗਿਆ। ਸਾਰਿਆਂ ਦੇ ਥੱਲੇ ਕੁੱਲ ਗਿਣਤੀ ਕਰ ਦਿਓ। 40 ਤੇ 30 70 ਤੇ ਕਿੰਨਾ? 90 ਤੇ 100। ਪਰਸੈਂਟੇਜ ਪਾਸ ਵਾਲਿਆਂ ਦੀ ਕੱਢਣੀ ਹੈ ਕਿ ਫੇਲ ਵਾਲਿਆਂ ਦੀ? ਪਾਸ ਵਾਲਿਆਂ ਦੀ। ਉੱਪਰ ਪਾਸ ਵਾਲਿਆਂ ਦੀ ਗਿਣਤੀ ਲਿਖ ਦਿਓ। 6 ਤੇ 2 8, 18 ਤੇ 8 26, 26 ਤੇ 40 66 ਬਟੇ 100। ਆ ਪਰਸੈਂਟੇਜ ਵਾਲਾ 100 ਨਹੀਂਗਾ, ਇਹ ਟੋਟਲ ਗਿਣਤੀ ਵਾਲਾ 100। ਤੇ ਆ ਕਿਹੜਾ 100 ਆ? ਪਰਸੈਂਟੇਜ ਵਾਲਾ। ਪਰ ਹੈ ਸੇਮ ਆ, ਕੱਟੇ ਗਏ। ਪਰਸੈਂਟੇਜ ਕੱਢਣ ਵਾਸਤੇ ਆਪਾਂ ਨੂੰ ਫਾਰਮੂਲਾ ਲਾਉਣਾ ਹੀ ਪੈਣਾ ਸੀ। 66%। ਉਸ ਸਕੂਲ ਦਾ ਰਿਜ਼ਲਟ ਓਵਰਆਲ ਕਿੰਨੇ % ਆ ਜੀ? 66% ਰਿਜ਼ਲਟ ਆ ਜੀ ਉਸ ਸਕੂਲ ਦਾ। ਮਤਲਬ ਉਸ ਸਕੂਲ ਦੇ ਵਿੱਚੋਂ ਓਵਰਆਲ ਕਿੰਨੇ % ਬੱਚੇ ਪਾਸ ਹੋਏ ਆ? 66% ਬੱਚੇ ਪਾਸ ਹੋਏ ਆ। ਆ ਜਾਓ ਜੀ ਅਗਲਾ ਸਵਾਲ ਕਰਕੇ ਦੇਖਦੇ ਹਾਂ। ਵਧੀਆ ਸਵਾਲ ਆ, ਠੀਕ ਆ। ਬੇਸ਼ੱਕ ਇਹਨੂੰ ਆਪਾਂ ਲਾਸਟ ਸਵਾਲ ਦੇ ਤੌਰ ਤੇ ਕਰੀਏ, ਪਰ ਇਹਨੂੰ ਆਪਾਂ ਕਰਾਂਗੇ ਹੁਣ। ਨੈਕਸਟ ਅਗਲਾ ਸਵਾਲ ਆ ਗਿਆ ਆਪਣੇ ਕੋਲ ਕਿ ਦਾ ਐਵਰੇਜ ਏਜ ਆਫ ਨੰਬਰ ਆਫ ਪਰਸਨਸ ਇਨ ਗਰੁੱਪ ਵਾਜ਼ ਕੈਲਕੂਲੇਟਡ ਐਜ਼ 35। ਇੱਕ ਗਰੁੱਪ ਦੀ ਐਵਰੇਜ ਏਜ ਕਿੰਨੀ ਪਤਾ ਕੀਤੀ ਗਈ ਆ? 35, which was 2.5 year more than the corrected age as there was error in recording the age of two persons।
ਲਓ ਜੀ ਰੌਲਾ ਪੈ ਗਿਆ। ਕਹਿੰਦਾ ਨੰਬਰ ਆਫ ਪਰਸਨਸ ਇਨ ਗਰੁੱਪ। ਪਹਿਲੀ ਗੱਲ ਕਹਿੰਦਾ ਜੀ ਇੱਕ ਸਮੂਹ ਵਿੱਚ ਵਿਅਕਤੀਆਂ ਦੀ ਸੰਖਿਆ, ਕਿੰਨੀ ਸੰਖਿਆ, ਪੈ ਗਿਆ ਰੌਲਾ। ਇੱਕ ਗਰੁੱਪ ਦੇ ਵਿੱਚ ਇੱਕ A ਆ, ਇੱਕ B ਆ, ਇੱਕ C ਆ, ਅੱਗੇ ਲੈਣ ਸੰਖਿਆ ਦਾ ਹੀ ਨਹੀਂ ਪਤਾ, ਸੰਖਿਆ ਕਿੰਨੀ ਆ ਜੀ x। ਉਸ ਗਰੁੱਪ ਦੀ ਐਵਰੇਜ ਉਮਰ 35 ਕੈਲਕੂਲੇਟ ਕੀਤੀ ਗਈ ਆ। ਕਿੰਨੀ ਕੈਲਕੂਲੇਟ ਕੀਤੀ ਗਈ ਆ? 35। ਜਦੋਂ ਕਿ ਕਿਸੇ ਬੰਦੇ ਦੀ ਉਮਰ ਜਿਹੜੀ ਆ ਜਦੋਂ 35 ਕੈਲਕੂਲੇਟ ਹੋਈ ਇਹਨਾਂ 'ਚ ਬਹੁਤ ਗੜਬੜ ਹੋਈ ਆ, ਠੀਕ ਆ। ਸਾਰੇ ਬੰਦਿਆਂ ਦੀ ਕੁੱਲ ਗਿਣਤੀ ਨੂੰ ਮੈਂ x ਨਹੀਂ ਲਿਖੂੰਗਾ, n ਲਿਖ ਦਿੰਦਾ। ਸਾਰੇ ਜਾਣਿਆਂ ਦੀ ਕੁੱਲ ਗਿਣਤੀ ਕਿੰਨੀ ਆ ਜੀ? n। ਬਈ ਮੰਨ ਲਓ ਕਲਾਸ ਵਿੱਚ ਕੁੱਲ ਬੰਦਿਆਂ ਦੀ ਗਿਣਤੀ ਕਿੰਨੀ ਆ? ਕਲਾਸ ਨਹੀਂ, ਗਰੁੱਪ 'ਚ ਕੁੱਲ ਬੰਦਿਆਂ ਦੀ ਗਿਣਤੀ ਕਿੰਨੀ ਆ? n। n ਕੱਢਣਾ ਹੈ, ਜੋ ਮਰਜ਼ੀ ਮੰਨ ਲਓ, n ਮੰਨ ਲਓ, x ਮੰਨ ਲਓ, ਮੈਨੂੰ ਕੋਈ ਪ੍ਰੋਬਲਮ ਨਹੀਂ। ਕਹਿੰਦੇ ਪਰ ਹੋਇਆ ਕੀ ਆ, ਅਸਲ 'ਚ ਹੋਇਆ ਕੀ ਸੀ, ਇੱਕ ਬੰਦਾ ਸੀਗਾ ਜਿਹਦੀ ਅਸਲੀ ਉਮਰ x ਸੀਗੀ, ਅਸਲੀ ਉਮਰ ਉਹਦੀ x ਸੀ, ਪਰ ਉਹਦੀ ਉਮਰ ਪਤਾ ਕਿੰਨੀ ਲਿਖੀ ਗਈ? 2.5 ਮੋਰ ਦੈਨ x। ਓਏ 2.5 ਮੋਰ ਦੈਨ x ਦਾ ਮਤਲਬ ਆ x 'ਚ 2.5 ਵੱਧ ਜੋੜ ਕੇ ਲਿਖੀ ਗਈ ਹੈ ਕਿ 2.5 ਗੁਣਾ ਕਰਕੇ ਲਿਖੀ ਗਈ ਆ? ਉਹਦੀ ਉਮਰ 2.5 ਜੋੜ ਕੇ ਲਿਖੀ ਗਈ ਆ। ਅਸਲ 'ਚ ਉਹਦੀ ਉਮਰ ਜਿਹੜੀ ਡਾਟੇ 'ਚ ਆਈ ਆ ਨਾ, ਉਹ x ਨਹੀਂ ਆਈ, x 'ਚ 2.5 ਵੱਧ ਆਈ ਆ, x + 2.5। ਜੇ ਉਹ ਕਹਿ ਦਿੰਦੇ ਨਾ ਕਿ ਉਹਦੀ ਉਮਰ ਜਿਹੜੀ ਆ ਜਿੱਥੇ ਲਿਖੀ ਗਈ ਆ ਉਹ 2.5 ਗੁਣਾ ਲਿਖੀ ਗਈ ਆ ਵਿੱਚ, ਆਲ ਓਵਰ ਕੀ ਹੈ? ਹਾਂਜੀ ਟਾਈ ਆਲ ਓਵਰ ਕੀ ਹੈ? ਨਹੀਂ ਵਿਚ ਇਜ਼ ਦ ਐਵਰੇਜ ਏਜ ਆਫ ਨੰਬਰ ਆਫ ਪਰਸਨ ਇਨ ਗਰੁੱਪ ਵਾਸ ਕੈਲਕੂਲੇਟਡ ਐਜ਼ 35 ਵਿਚ ਵਾਸ 2.5 years more than the corrected age। ਓਕੇ 35 ਤੋਂ 2.5 ਮਾਈਨਸ ਕਰਾਂਗੇ। ਸੌਰੀ ਇੱਕ ਮਿੰਟ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਹੋ ਰਹੀ, ਦੁਬਾਰਾ ਆ ਜਾਓ। ਹਾਂਜੀ ਕਹਿੰਦਾ ਜਿਹੜੀ ਐਵਰੇਜ ਏਜ ਆ ਉਹ 2.5 ਜ਼ਿਆਦਾ ਹੈ ਅਸਲੀ ਏਜ ਤੋਂ, ਕਿਉਂਕਿ ਦੋ ਬੰਦਿਆਂ ਦੀ ਉਮਰ ਜਿਹੜੀ ਹੈ ਜੀ ਉਹ ਗਲਤ ਨੋਟ ਹੋਈ ਹੈ। ਜਿਹੜੀ ਉਮਰ ਅਸੀਂ 35 ਕੈਲਕੂਲੇਟ ਕੀਤੀ ਆ ਉਹ ਕਿੰਨੀ ਜ਼ਿਆਦਾ ਹੈ? 2.5 ਜ਼ਿਆਦਾ ਹੈ। ਇਹਦਾ ਮਤਲਬ ਅਸਲੀ ਐਵਰੇਜ ਏਜ ਕਿੰਨੀ ਆ? 32.5। ਅਸਲੀ ਐਵਰੇਜ ਏਜ ਕਿੰਨੀ ਆ? 32.5। A B C ਬੰਦਿਆਂ ਦੀ ਕੁੱਲ ਗਿਣਤੀ n ਆ। ਬੰਦਿਆਂ ਦੀ ਕੁੱਲ ਗਿਣਤੀ ਕਿੰਨੀ ਆ? n। ਅਸਲੀ ਏਜ ਕਿੰਨੀ, ਅਸਲੀ ਐਵਰੇਜ ਕਿੰਨੀ ਆ? 32.5। ਠੀਕ ਆ। ਅਸਲੀ ਉਮਰ ਕਿੰਨੀ ਆ? ਅਸਲੀ ਉਮਰ ਕਹਿੰਦਾ ਇੱਕ ਦੀ ਲਿਖੀ ਗਈ ਆ 38.5 29 ਸਾਲ ਦੀ ਬਜਾਏ, ਇੱਕ ਦੀ ਲਿਖੀ ਗਈ ਹੈ 40 ਸਾਲ 22 ਸਾਲ ਦੀ ਬਜਾਏ। ਅਸਲੀ ਇੱਕ ਬੰਦੇ ਦੀ ਉਮਰ 29 ਆ ਤੇ ਇੱਕ ਬੰਦੇ ਦੀ ਉਮਰ ਕਿੰਨੀ ਆ? 22। ਕਹਿੰਦੇ ਜਦੋਂ ਬੇਵਕੂਫੀ ਕੀਤੀ ਗਈ ਹੈ, ਅਸਲ 'ਚ ਬੇਵਕੂਫੀ ਕਰਕੇ ਉਮਰ ਲਿਖੀ ਕਿੰਨੀ ਗਈ ਸੀ? ਇੱਕ ਬੰਦੇ ਦੀ ਉਮਰ ਲਿਖਤੀ ਸੀ 38.5 ਤੇ ਇੱਕ ਬੰਦੇ ਦੀ ਉਮਰ ਕਿੰਨੀ ਲਿਖਤੀ ਸੀ ਇਹਨਾਂ ਨੇ? 40। ਬੰਦਿਆਂ ਦੀ ਗਿਣਤੀ ਉਨੀ ਦੀ ਉਨੀ ਆ, n ਉਨੇ ਦਾ ਉਨਾ ਹੀ ਆ, ਬੰਦਿਆਂ ਦੀ ਗਿਣਤੀ ਉਨੇ ਦੀ ਉਨੀ ਆ। ਠੀਕ ਆ। ਕਹਿੰਦੇ ਜੀ ਇਹ ਦੱਸੋ ਕਿ ਇਸ ਵਾਰੀ ਉਮਰ ਕਿੰਨੀ ਲਿਖੀ ਗਈ ਆ ਜੀ? 35। ਇਸ ਵਾਰ ਉਮਰ ਕਿੰਨੀ ਲਿਖੀ ਗਈ ਆ ਆਪਣੇ ਕੋਲ? 35। ਕਹਿੰਦੇ ਇੱਥੋਂ ਤੁਸੀਂ ਇਹ ਦੱਸੋ ਕਿ ਬੰਦਿਆਂ ਦੀ ਗਿਣਤੀ ਕਿੰਨੀ ਹੋਊਗੀ? ਬੰਦਿਆਂ ਦੀ ਗਿਣਤੀ ਕਿੰਨੀ ਆ ਆਪਾਂ ਇਹ ਕੈਲਕੂਲੇਟ ਕਰਨਾ ਹੈ। ਕੀ ਇੱਥੋਂ ਆਪਾਂ n ਕੈਲਕੂਲੇਟ ਕਰ ਸਕਦੇ ਆ? ਬੜੇ ਆਰਾਮ ਨਾਲ ਆਪਾਂ ਇੱਥੋਂ n ਕੈਲਕੂਲੇਟ ਕਰ ਸਕਦੇ ਆ। ਦੇਖੋ ਕਿਵੇਂ, ਤੁਹਾਨੂੰ ਕਿਸੇ ਨੇ ਕਹਿਤਾ ਆਹ ਵਾਲੀ ਚੀਜ਼ ਆ ਇੰਨੀ ਕ, ਯਾਨੀ ਕਿ ਆਹ ਚੀਜ਼ ਆਹੀ ਆ, ਸੇਮ ਇਹੀ ਆ। ਠੀਕ ਆ। ਇਹਦੀ ਵੈਲਿਊ ਕੱਢੋ, ਆਪਾਂ ਇਹਦੀ ਆਪਾਂ ਵੈਲਿਊ ਕੈਲਕੂਲੇਟ ਕਰਦੇ ਆ। ਕਿਵੇਂ? ਇਹਦੀ ਵੈਲਿਊ ਆਪਾਂ ਕੈਲਕੂਲੇਟ ਕਰਦੇ ਆ ਕਿ n ਪਰਲੇ ਪਾਸੇ ਜਾ ਕੇ ਗੁਣਾ ਹੋ ਗਿਆ। ਠੀਕ ਆ। ਕਿੰਨਾ ਆਊਗਾ ਆਪਣੇ ਕੋਲ? 32.5 n। ਆ 29 ਤੇ 12 ਜੁੜ ਕੇ ਕਿੰਨਾ ਆਊਗਾ? 29 ਤੇ 12 ਜੁੜ ਕੇ ਕਿੰਨਾ ਆਊਗਾ? 29 ਤੇ 2 ਆਪਣੇ ਕੋਲ ਆ ਗਿਆ 31, 41 ਤੇ 51। ਇਹੀ ਆ ਗਿਆ। ਇਹਦੀ ਵੈਲਿਊ ਆ ਗਈ। ਇਹ ਚੁੱਪ ਕਰਕੇ ਥੱਲੇ ਪੁੱਟ ਕਰਤੀ। ਕਿੰਨੀ ਵੈਲਿਊ ਪੁੱਟ ਕਰਤੀ ਆਪਾਂ? 32.n ਮਾਈਨਸ 51 ਆਹੀ ਪੁੱਟ ਕਰਤੀ। ਇਹ ਵੈਲਿਊ ਆਪਾਂ ਥੱਲੇ ਪੁੱਟ ਕਰਤੀ। ਇੱਥੇ ਆਲਰੇਡੀ ਦੋ ਚੀਜ਼ਾਂ ਹੋਰ ਵੀ ਨੇ, 38.5 ਪਲੱਸ 40 ਬਰਾਬਰ ਹੈ ਆ n ਪਰਲੇ ਪਾਸੇ ਜਾ ਕੇ ਇੱਧਰ ਗੁਣਾ ਹੋ ਗਿਆ, ਇਹ ਬਣ ਗਿਆ 35 ਗੁਣਾ n। ਆਹੀ ਆ। ਮੀਨਸ ਕਿ ਉੱਪਰੋਂ ਵੈਲਿਊ ਚੱਕੀ, ਇਹਨੂੰ ਇੱਧਰ ਲਿਜਾ ਕੇ ਤੇ 32 ਤੇ 29 ਨੂੰ ਜੋੜ ਕੇ ਇਹਦੇ 'ਚ ਘਟਾ ਕੇ ਇਹ ਵੈਲਿਊ ਆਪਾਂ ਕਿਹਦੀ ਕੱਢੀ ਆ? a + b + c + a। ਇਹ ਕਿਹੜੀ ਚੋਂ ਕੱਢੀ ਆ ਭਲਾ? ਪਹਿਲੇ ਵਾਲੀ ਚੋਂ, ਤੇ ਦੂਜੇ ਵਾਲੀ ਦੇ ਵਿੱਚ ਫਿੱਟ ਕਰਦੀ ਲਿਜਾ ਕੇ। ਕੀ ਇੱਥੋਂ ਤੁਸੀਂ n ਨਹੀਂ ਕੈਲਕੂਲੇਟ ਕਰ ਸਕਦੇ? ਬੜੀ ਆਸਾਨੀ ਨਾਲ ਆਪਾਂ ਇੱਥੋਂ n ਕੈਲਕੂਲੇਟ ਕਰ ਸਕਦੇ ਆ। ਆ 32.5 ਉੱਧਰ ਜਾਊਗਾ, 35 ਚੋਂ 32.5 ਕੱਢੋ, ਸ਼ਾਇਦ 2.5 n ਆਊਗਾ।
ਕਿੰਨਾ ਆਊਗਾ 2.5n। ਇੱਧਰ ਤੁਸੀਂ ਦੇਖੋ ਆ 40 ਆ ਤੇ ਆ 38 ਆ, 40 ਚ 38 ਜੋੜਿਓ ਕਿੰਨਾ ਆਊਗਾ 40 ਚ 38 ਜੋੜ ਕੇ 78 ਆਊਗਾ। 78 ਚੋਂ 51 ਘਟਾਓ ਕਿੰਨਾ ਆਊਗਾ, ਜਾਂ 78.5 ਚੋਂ 51 ਘਟਾਓ ਕਿੰਨਾ ਆਊਗਾ। 67.5 ਨਾ ਨਾ ਬੱਚੇ ਇਹਨਾਂ ਦੋਵਾਂ ਨੂੰ ਪਹਿਲਾਂ ਤੇ ਇਹਨੂੰ ਜੋੜੋ 78 78 ਚੋਂ 51 ਘਟਾਓ ਨਾ, 78.5 ਚੋਂ 51 ਘਟਾਓ 27 ਪੁਆਇੰਟ, ਇਹ 27.5 ਆਊਗਾ ਤੇ n ਜਿਹੜਾ ਏ ਉਹ ਆਊਗਾ 27.5 ਨੂੰ 2.5 ਨਾਲ ਡਿਵਾਈਡ ਕਰਕੇ। n ਕਿੰਨਾ ਆ ਗਿਆ ਆਪਣੇ ਕੋਲ 11, n ਕਿੰਨਾ ਆ ਗਿਆ ਆਪਣੇ ਕੋਲ 11। ਇਟ ਮੀਨਸ ਇਹ ਬੰਦਿਆਂ ਦੀ ਗਿਣਤੀ ਕਿੰਨੀ ਸੀਗੀ 11। ਕੁਛ ਨਹੀਂ ਕਰ ਰਹੇ ਆਪਾਂ, ਬੇਸਿਕ ਮੈਥ ਹੀ ਆ, ਉਹਨੂੰ ਹੀ ਆਪਾਂ ਕਦੀ ਇੱਧਰ ਲੈ ਗਏ ਕਦੀ ਆਪਾਂ ਉੱਧਰ ਲੈ ਗਏ ਬੜੇ ਆਰਾਮ ਨਾਲ। ਅੱਗੇ ਮੈਂ ਦੇਖੋ ਹੁਣ ਤੁਹਾਡੀ ਜ਼ਿੰਮੇਵਾਰੀ ਆ 24 ਤੋਂ ਅੱਗੇ, ਪਹਿਲਾਂ ਤਾਂ ਇਹਦੇ ਚ ਲੈਵਲ 1 ਦੇ ਸਵਾਲ ਆ, ਲੈਵਲ 1 ਦੇ ਤਕਰੀਬਨ ਤੁਹਾਡੇ ਕੋਲ ਹੈਗੇ ਆ ਜੀ 35 ਸਵਾਲ, ਲੈਵਲ 1 ਤੇ ਫਿਰ ਲੈਵਲ 2 ਆ, ਠੀਕ ਆ। ਲੈਵਲ 2 ਦੇ ਵੀ 20-25 ਸਵਾਲ ਆ। ਕੋਸ਼ਿਸ਼ ਕੀਤੀ ਜਾਊਗੀ ਕਿ ਕੱਲ ਸਪੀਡ ਹੋਰ ਤੇਜ਼ ਕਰਕੇ ਸਾਰੇ ਸਵਾਲ ਕਵਰ ਕਰਾ ਦਿੱਤੇ ਜਾਣ। ਅੱਜ ਵਾਸਤੇ ਇੰਨਾ ਹੀ ਬਹੁਤ ਆ।